ਹਮੇਸ਼ਾ ਹੁੰਦਾ ਕਿ ਮੁੱਦੇ ਦੀ ਹੁਣ ਪੋਲਿਟਿਕਸ ਜ਼ਿਆਦਾ ਹੁੰਦੀ ਆ, ਜਿਹੜੀ ਉਹ ਅੱਗੇ ਧਰਮ ਦੀ ਜਾਂ ਹੋਰ ਕਾਸੇ ਦੀ ਪੋਲਿਟਿਕਸ ਸੀ ਉਹ ਥੋੜੀ ਦੂਰ ਹੋ ਗਿਆ। ਪਰ ਤੁਸੀਂ ਕੀ ਮੁੱਦਾ ਲੈ ਕੇ ਜਿਹੜੀ ਬੀਜੇਪੀ ਨੇ ਇੰਟਰਲਿੰਕਿੰਗ ਆਫ ਰਿਵਰਸ ਦੀ ਗੱਲ ਕੀਤੀ ਹੈ, ਇਹੋ ਜਿਹੀਆਂ ਗੱਲਾਂ ਜੋ ਇੱਕ ਗੈਰ ਜ਼ਿੰਮੇਵਾਰ ਉਹਨਾਂ ਨੂੰ ਕਰਨੀ ਨਹੀਂ ਚਾਹੀਦੀਆਂ। ਇਹ ਬਿਨਾਂ ਪੈਸੇ ਤੋਂ ਬਿਨਾਂ ਕੰਪਨਸੇਸ਼ਨ ਤੋਂ ਇਹ ਸਾਨੂੰ ਲੁੱਟੀ ਜਾਂਦੇ ਆ, ਉਹ ਰੋਕਣਾ ਹੈਗਾ ਕਿਉਂਕਿ ਸਾਡਾ ਇਨਵਾਇਰਮੈਂਟਲ ਇੰਪੈਕਟ ਇਹਦਾ ਬਹੁਤ ਮਾੜਾ ਪੈਂਦਾ। ਐਸਜੀਪੀਸੀ ਜਿਹੜੀ ਆ ਨਿਰਪੱਖ ਹੋ ਕੇ ਚੱਲਣ ਦੀ ਬਜਾਏ ਇੱਕ ਪਾਰਟੀ ਨੂੰ ਅਕਾਲੀ ਦਲ ਨੂੰ ਸਿੱਧੀ ਤੇ ਸਿੱਧੀ ਸਪੋਰਟ ਦਿੰਦੀ ਨਜ਼ਰ ਆਉਂਦੀ ਆ, ਪ੍ਰਧਾਨ ਉਹਦੇ ਉੱਥੇ ਬੋਲਦੇ ਨਜ਼ਰ ਆਉਂਦੇ ਆ, ਜਥੇਦਾਰ ਉਹਨਾਂ ਦੇ ਹੱਕ 'ਚ ਭੁਗਤਦੇ ਨੇ। ਕਿੰਨਾ ਕੁ ਚੰਗਾ ਹੈ? ਅੱਜ ਇੱਕ ਟਿਰਨੀ ਹੈ, ਲਿਫਾਫੇ 'ਚੋਂ ਜਥੇਦਾਰ ਨਿਕਲਦੇ ਆ ਤੇ ਇੱਕ ਪਰਿਵਾਰ ਦਾ ਇਹਦੇ ਉੱਤੇ ਰਾਜ ਹੈ। ਇਹਨਾਂ ਕੋਲੇ ਤਾਂ ਆਪਣੇ ਪ੍ਰਚਾਰ ਦੇ ਟੀਵੀ ਚੈਨਲ ਵੀ ਨਹੀਂ ਹੈਗੇ। ਐਸਜੀਪੀਸੀ ਇੱਕ ਟਿਰੈਨਿਕਲ ਫਾਰਮ ਆਫ ਗਵਰਨਮੈਂਟ ਬਣਿਆ ਹੋਇਆ ਹੈਗਾ, ਸਾਡੇ ਗੁਰੂ ਘਰਾਂ ਦੀ ਲੁੱਟ ਕਰ ਰਿਹਾ ਤੇ ਸਾਡੇ ਸੰਸਥਾਵਾਂ ਨੂੰ ਖਤਮ ਕਰ ਰਿਹਾ। ਤੇ ਰਾਮ ਰਹੀਮ ਦਾ ਜ਼ਿਕਰ ਹੋਇਆ ਹੈ ਕਿ ਉਹਨੂੰ ਜਿਹੜਾ ਬਾਹਰ ਕੱਢਿਆ ਗਿਆ ਤੇ ਲੱਗਦਾ ਕਿ ਬੀਜੇਪੀ ਪੂਰੀ ਤਰ੍ਹਾਂ ਜਿਹੜਾ ਉਹ ਹੱਕ 'ਚ ਭੁਗਤਿਆ ਜਾਏ, ਕਹਦੀ ਹੈ ਕਿ ਇਲੈਕਸ਼ਨ ਦੇ ਵਿੱਚ ਰਾਮ ਰਹੀਮ ਨੂੰ ਹੁਣ ਵਰਤਿਆ ਜਾਊਗਾ ਪ੍ਰੋਪਰਲੀ। ਇੱਕ ਮਰਡਰਰ, ਇੱਕ ਰੇਪਿਸਟ ਅੱਜ ਲੋਕਾਂ ਦੇ ਉੱਤੇ ਪ੍ਰਭਾਵ ਪਾਏ, ਇਹੋ ਜਿਹੇ ਬੰਦੇ ਨੂੰ ਵਰਤ ਕੇ ਆਪਣੀਆਂ ਵੋਟਾਂ ਖੱਟਣ ਦੇ ਹੀਲੇ ਤੇ ਆਏ ਹੋਏ ਆ। ਪਰ ਬੀਜੇਪੀ ਲਈ ਨਵੀਂ ਗੱਲ ਨਹੀਂ ਹੈ। ਕੈਪਟਨ ਅਮਰਿੰਦਰ ਵੀ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਬਿਲਕੁਲ ਜਿਹੜੀ ਬੀਜੇਪੀ ਇਸ ਸਮੇਂ ਉਹ ਸਹੀ ਕਹਿੰਦੀ ਪਈ ਆ। ਅਮਰਿੰਦਰ ਹੈਜ਼ ਓਨਲੀ ਵਨ ਏਜੰਡਾ, ਹਿਮਸੈਲਫ। ਉਹ ਪੰਜਾਬ ਪੱਖੀ ਨਹੀਂ ਹੈਗਾ। ਗੁੱਸਾ ਨਾ ਕਰ ਜਿਓ ਕਿਤੇ ਕੋ ਵੀ ਮਾਸੜ ਨੇ ਤੁਹਾਡੇ ਕਿਤੇ ਮੈਂ ਕੁਝ ਕਹਿ ਦਵਾਂ। ਦੇਖੋ, ਮਾਸੜ ਦਾ ਰਿਸ਼ਤਾ ਮਾਸੀ ਰਾਹੀਂ ਹੁੰਦਾ ਹੈ, ਪਰ ਜੇ ਅਰੂਸਾ ਉਹਦੇ ਨਾਲ ਵਿਆਹੀ ਹੋਈ ਹੈ ਫਿਰ ਉਹ ਮਾਸੜ ਹੈਗਾ ਅਬਦੁਲ ਸਲੀਮ ਸੁਮੀਨਾ ਦਾ, ਉਹ ਉੱਥੇ ਤੱਕ ਹੀ ਸੀਮਤ ਹੁੰਦਾ ਹੈ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਸਪ੍ਰੀਤ ਸਿੰਘ ਆਸ਼ਕ। ਅੱਜ ਅਸੀਂ ਪਹੁੰਚੇ ਹਾਂ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ। ਵੱਖ-ਵੱਖ ਕੈਂਡੀਡੇਟਸ ਨਾਲ, ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨਾਲ ਅਸੀਂ ਜਿਹੜੀ ਟਾਕ ਕਰਦੇ ਰਹਿੰਦੇ ਹਾਂ, ਇੰਟਰਵਿਊ ਕਰਦੇ ਰਹਿੰਦੇ ਹਾਂ, ਉਹਨਾਂ ਦੇ ਵਿਊ ਜਾਣਦੇ ਰਹਿੰਦੇ ਹਾਂ। ਪਰ ਅੱਜ ਇੱਕ ਪੰਥਕ ਪਾਰਟੀ ਦੇ ਆਗੂ ਸਾਡੇ ਨਾਲ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਨੇ ਜਿਹੜੇ, ਤੇ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਸਾਡੇ ਨਾਲ ਮੌਜੂਦ ਨੇ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ, ਇਲੈਕਸ਼ਨ ਦੇ ਵਿੱਚ ਤੁਸੀਂ ਉਤਰੇ ਹੋ ਇਸ ਹਲਕਾ ਫਤਿਹਗੜ੍ਹ ਸਾਹਿਬ ਤੋਂ, ਤੇ ਤੁਹਾਡੇ ਕੈਂਡੀਡੇਟ ਵੀ ਜਿਹੜੇ ਨੇ ਪੂਰੀ ਤਰ੍ਹਾਂ ਜਿਹੜੇ ਹਰ ਜਗ੍ਹਾ ਤੁਸੀਂ ਜਿੱਥੇ ਵੀ ਆਪਣੇ ਕੈਂਡੀਡੇਟ ਉਤਾਰੇ ਨੇ, ਪਰ ਕੀ ਮੁੱਦਾ ਕੀ ਲੈ ਕੇ ਆਏ ਹੋ ਇਸ ਵਾਰ? ਕਿਉਂਕਿ ਹਮੇਸ਼ਾ ਹੁੰਦਾ ਹੈ ਕਿ ਮੁੱਦੇ ਦੀ ਹੁਣ ਪੋਲਿਟਿਕਸ ਜ਼ਿਆਦਾ ਹੁੰਦੀ ਆ, ਜਿਹੜੀ ਉਹ ਅੱਗੇ ਧਰਮ ਦੀ ਜਾਂ ਹੋਰ ਕਾਸੇ ਦੀ ਪੋਲਿਟਿਕਸ ਸੀ ਉਹ ਥੋੜੀ ਦੂਰ ਹੋ ਗਿਆ। ਪਰ ਤੁਸੀਂ ਕੀ ਮੁੱਦਾ ਲੈ ਕੇ ਆਏ? ਅਸੀਂ ਆਪਣੇ ਸਟੇਟ ਸੈਂਟਰਿਕ ਪੋਲਿਟਿਕਸ, ਜਿਹੜਾ ਕਿ ਪੰਜਾਬ ਸੂਬੇ ਦੇ ਹੱਕਾਂ ਦੇ ਉੱਤੇ ਮੁੱਢ ਤੋਂ ਅਸੀਂ ਪਹਿਰਾ ਦੇ ਰਹੇ ਆ ਰਹੇ ਹਾਂ, ਜਿਹਦੇ ਵਿੱਚ ਅਸੀਂ ਪੰਜਾਬ ਦੇ ਰਾਈਪੇਰੀਅਨ ਕਾਨੂੰਨ ਅਧੀਨ ਸਾਡੇ ਪਾਣੀਆਂ ਦੀ ਗੱਲ, ਜਿਹਦੇ ਵਿੱਚ ਅਸੀਂ ਪੰਜਾਬ ਦੇ ਆਵਾਜਾਵੀ ਪਾਕਿਸਤਾਨ ਆਰਥਿਕਤਾ ਵਧਾਉਣ ਵਾਸਤੇ, ਜਿੱਥੋਂ ਅਸੀਂ ਉਰੇ ਆਪਣਾ ਜਿੰਸ ਅਫਗਾਨਿਸਤਾਨ ਤੱਕ ਪਹੁੰਚਾਈਏ, ਉੱਥੋਂ ਸੀਮੈਂਟ ਲੈ ਕੇ ਆਈਏ, ਜਿਹਦੇ ਨਾਲ ਬਹੁਤ ਵਪਾਰ ਵੱਧਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਉਰੇ ਕਲਸਟਰਸ ਇਹੋ ਜਿਹੇ ਬਣਨ, ਜਿਵੇਂ ਟੈਕਸਟਾਈਲਸ ਦਾ ਹੈਗਾ, ਜਿਵੇਂ ਉਰੇ ਸਟੀਲ ਤੇ ਉਹਦੇ ਜਿਹੜੇ ਗੋਬਿੰਦਗੜ੍ਹ ਦੇ ਵਿੱਚ ਉਹਦੇ ਜਿਹੜੇ ਨਵੇਂ ਫਾਰਮ ਸਟੀਲ ਦੇ ਹੈਗੇ ਆ, ਹਾਈ ਸਟਰੈਂਥ ਅਲੋਇਜ਼ ਹੈਗੇ ਆ। ਅਸੀਂ ਚਾਹੁੰਦੇ ਹਾਂ ਕਿ ਉਰੇ ਮੈਟਲਰਜੀ ਵਧੀਆ, ਮੈਗਨੀਸ਼ੀਅਮ, ਐਲੂਮੀਨੀਅਮ ਅਲੋਇਜ਼ ਜਿਹੜੇ ਏਵੀਏਸ਼ਨ ਇੰਡਸਟਰੀਜ਼ 'ਚ ਯੂਜ਼ ਹੁੰਦੇ ਹੈਗੇ ਆ। ਅਸੀਂ ਚਾਹੁੰਦੇ ਹਾਂ ਕਿ ਉਰੇ ਜਿਹੜੇ IT ਅਤੇ ਨੌਲੇਜ ਪ੍ਰੋਸੈਸ ਇੰਡਸਟਰੀਜ਼ ਹੈਗੀਆਂ ਉਹ ਇੱਥੇ ਇਸਟੈਬਲਿਸ਼ ਹੋਣ, ਅਤੇ ਆਪਾਂ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਭਵਿੱਖ ਬਣਾਈਏ ਜਿਹਦੇ ਵਿੱਚ ਸਾਡੇ ਬੱਚੇ ਉਰੇ ਨੌਕਰੀਆਂ ਪਾ ਸਕਣ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੋਏ, ਜਿਵੇਂ ਅੱਜ ਦੇ ਦਿਨ ਵਾਟਰ ਟੇਬਲ ਸਾਡਾ ਬਹੁਤ ਥੱਲੇ ਜਾ ਰਿਹਾ ਹੈਗਾ, ਅਸੀਂ ਆਪਣੇ ਇਨਵਾਇਰਮੈਂਟਲ ਇਸ਼ੂਜ਼, ਜਿਹੜੀ ਬੀਜੇਪੀ ਨੇ ਇੰਟਰਲਿੰਕਿੰਗ ਆਫ ਰਿਵਰਸ ਦੀ ਗੱਲ ਕੀਤੀ ਹੈ, ਉਹ ਅਸੀਂ ਸਮਝਦੇ ਹਾਂ ਵਿਦਆਊਟ ਇਨਵਾਇਰਮੈਂਟਲ ਇੰਪੈਕਟ ਐਨਾਲਿਸਿਸ ਇਹੋ ਜਿਹੀਆਂ ਗੱਲਾਂ ਜੋ ਇੱਕ ਗੈਰ ਜ਼ਿੰਮੇਵਾਰ ਉਹਨਾਂ ਨੂੰ ਕਰਨੀ ਨਹੀਂ ਚਾਹੀਦੀਆਂ। ਸੋ ਅਸੀਂ ਜਿਹੜੀਆਂ ਦਿੱਲੀ ਸੈਂਟਰਿਕ ਪੋਲਿਸੀਜ਼ ਹੈ ਉਹਦੇ ਬਰਖਲਾਫ ਅਸੀਂ ਪੰਜਾਬ ਸੈਂਟਰਿਕ ਪੋਲਿਸੀਜ਼ ਲੈ ਕੇ ਆਏ ਹਾਂ, ਜੋ ਕਿ ਅੱਜ ਦੇ ਦਿਨ ਕੋਈ ਵੀ ਪਾਰਟੀ ਉਸ ਸਟੈਂਡ 'ਤੇ ਖੜੀ ਨਹੀਂ। ਇਨਵਾਇਰਮੈਂਟ ਨੂੰ ਲੈ ਕੇ ਕੀ ਖਾਸ ਕਰੋਗੇ? ਕਿਉਂਕਿ ਲਗਾਤਾਰ ਇਨਵਾਇਰਮੈਂਟ ਦੇ ਉੱਤੇ ਅਸਰ ਹੋ ਰਿਹਾ, ਸਾਡਾ ਪਾਣੀ ਦੂਸ਼ਿਤ ਹੁੰਦਾ ਜਾ ਰਿਹਾ ਹੈ, ਸਾਡੀ ਹਵਾ ਦੂਸ਼ਿਤ ਹੁੰਦੀ ਜਾ ਰਹੀ ਆ। ਕਈ ਐਸੀਆਂ ਜਿਹੜੀਆਂ ਛੋਟੇ ਸੰਘ ਨੇ ਜਿਹੜੇ ਇਸ ਉੱਤੇ ਪ੍ਰੋਟੈਸਟ ਕਰ ਰਹੇ ਨੇ, ਪਾਰਟੀਆਂ ਨੂੰ ਕਹਿ ਰਹੇ ਆ ਕਿ ਉਹ ਆਪਣੇ ਏਜੰਡੇ 'ਚ ਸ਼ਾਮਿਲ ਕਰਨ। ਕਿ ਤੁਸੀਂ ਇਹਨੂੰ ਆਪਣੇ ਏਜੰਡੇ 'ਚ ਰੱਖਿਆ ਹੈ ਇਸ ਨੂੰ? ਬਿਲਕੁਲ, ਐਤਕੀ ਅਸੀਂ ਬਾਬਾ ਸੀਚੇਵਾਲ ਨਾਲ ਗੱਲ ਕੀਤੀ ਹੈਗੀ ਹੈ,
ਤੇ ਅਸੀਂ ਸਮਝਦੇ ਹਾਂ এনवायरमेंटल ਡੈਗਰੇਡੇਸ਼ਨ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ, ਜਿਹਦੇ ਵਿੱਚ ਖਾਸ ਕਰਕੇ ਸਾਡੇ ਵਾਟਰ ਟੇਬਲ ਦੀ ਐਕਸਪਲੋਇਟੇਸ਼ਨ ਹੈਗੀ ਹੈ ਤੇ ਐਫਲੂਐਂਟ ਵੇਸਟ ਸਾਡਾ ਉਰੇ ਆ ਰਿਹਾ ਹੈਗਾ, ਉਹਦਾ ਕੰਟਰੋਲ ਜਿਹੜਾ ਨਹੀਂ ਕੀਤਾ ਹੈਗਾ। ਅਸੀਂ ਇਹਨੂੰ ਬੜੇ ਵੱਡੇ ਪੱਧਰ ਤੇ ਸੈਂਟਰ ਨੂੰ ਜ਼ਿੰਮੇਵਾਰ ਸਮਝਦੇ ਹੈਗੇ ਆ, ਜਿਨ੍ਹਾਂ ਨੇ ਇਹੋ ਜਿਹੀਆਂ ਪਾਲਿਸੀਜ਼ ਡਿਵੈਲਪਮੈਂਟ ਦੀਆਂ ਉਰੇ ਸਾਡੇ ਉੱਤੇ ਲਾਗੂ ਕੀਤੀਆਂ ਜਿਹੜੀਆਂ ਸਾਡੇ ਪ੍ਰਦੂਸ਼ਣ ਦੇ ਉੱਤੇ ਕੋਈ ਗੌਰ ਨਹੀਂ ਕਰਦੀਆਂ। ਸੈਕੰਡਲੀ ਅਸੀਂ ਸਮਝਦੇ ਹਾਂ ਕਿ ਜਿਵੇਂ ਸਨੇਲ ਡਾਟ ਕੇਸ ਟੈਨੇਸੀ ਵੈਲੀ ਅਥਾਰਟੀ ਅਮਰੀਕਾ 'ਚ, ਉੱਥੇ ਉਹਨਾਂ ਨੇ এনवायरमेंटल ਇੰਪੈਕਟ ਅਸੈਸ ਕੀਤਾ ਤੇ ਇੱਕ ਜੀਵ ਸਨੇਲ ਡਾਟ ਮੱਛੀ, ਉਹਦੇ ਕਰਕੇ ਉਹਨਾਂ ਨੇ ਸਾਰਾ ਆਪਣੇ ਡੈਮਿੰਗ ਪ੍ਰੋਜੈਕਟਸ ਬੰਦ ਕਰਤੇ ਸੀ, ਇੰਟਰਲਿੰਕਿੰਗ ਬੰਦ ਕਰਤੀ ਸੀ। ਅਸੀਂ ਸਮਝਦੇ ਹਾਂ ਕਿ ਜਦ ਇਹ ਸਾਡਾ ਪਾਣੀ ਉਰਿਓਂ ਲੈ ਕੇ ਦਿੱਲੀ ਲੈ ਕੇ ਜਾਂਦੇ ਆ, ਰਾਜਸਥਾਨ ਲੈ ਕੇ ਜਾਂਦੇ ਆ, ਜੋ ਕਿ ਸਾਡਾ ਧਨ ਹੈ, ਰਾਈਪੇਰੀਅਨ ਲਾਅ ਕਹਿੰਦਾ ਹੈ ਕਿ ਇਹ ਸਾਡਾ ਹੱਕ ਹੈ, ਇਹ ਬਿਨਾਂ ਪੈਸੇ ਤੋਂ ਬਿਨਾਂ ਕੰਪਨਸੇਸ਼ਨ ਤੋਂ ਇਹ ਸਾਨੂੰ ਲੁੱਟੀ ਜਾਂਦੇ ਆ, ਉਹ ਰੋਕਣਾ ਹੈਗਾ ਕਿਉਂਕਿ ਸਾਡਾ এনवायरमेंटल ਇੰਪੈਕਟ ਇਹਦਾ ਬਹੁਤ ਮਾੜਾ ਪੈਂਦਾ। ਬਿਲਕੁਲ ਆਪਾਂ ਹੱਕ ਲਈ ਲੜਦੇ ਹਾਂ, ਤੁਸੀਂ ਲੋਕਾਂ 'ਚ ਵਿਚਰਦੇ ਪਏ ਹੋ, ਚੰਗੀ ਗੱਲ ਹੈ ਕੋਈ, ਪਰ ਧਰਮ ਦੇ ਅਸੀਂ ਪਹਿਰਾ ਵੀ ਦੇ ਰਹੇ ਹਾਂ, ਪਰ ਜਿਹੜੇ ਧਰਮ ਤੇ ਅਸਲੀ ਪਹਿਰਾ ਦੇਣਾ ਐਸਜੀਪੀਸੀ ਆ ਸਾਡੀ। ਐਸਜੀਪੀਸੀ ਜਿਹੜੀ ਆ ਉਹ ਹੁਣ ਵੀ ਤੁਸੀਂ ਦੇਖੋ ਤੇ ਚੋਣਾਂ ਦੇ ਵਿੱਚ ਨਿਰਪੱਖ ਹੋ ਕੇ ਚੱਲਣ ਦੀ ਬਜਾਏ ਇੱਕ ਪਾਰਟੀ ਨੂੰ, ਅਕਾਲੀ ਦਲ ਨੂੰ ਸਿੱਧੀ ਤੇ ਸਿੱਧੀ ਸਪੋਰਟ ਦਿੰਦੀ ਨਜ਼ਰ ਆਉਂਦੀ ਆ, ਪ੍ਰਧਾਨ ਉਹਦੇ ਉੱਥੇ ਬੋਲਦੇ ਨਜ਼ਰ ਆਉਂਦੇ ਆ, ਜਥੇਦਾਰ ਉਹਨਾਂ ਦੇ ਹੱਕ 'ਚ ਭੁਗਤਦੇ ਆ। ਕਿੰਨਾ ਕੁ ਚੰਗਾ ਆ ਇਹ? ਐਸਜੀਪੀਸੀ ਆਪਣੇ ਸੰਵਿਧਾਨ ਤੋਂ ਬਹੁਤ ਵਾਂਝੀ ਹੈ। ਪਹਿਲਾਂ 3 ਸਾਲ ਬਾਅਦ ਇਹਦੀ ਚੋਣ ਹੋਣੀ ਸੀ, ਹੁਣ 5 ਸਾਲ ਬਾਅਦ ਇਹਦੇ ਸੰਵਿਧਾਨ 'ਚ ਲਿਖਿਆ ਹੋਇਆ ਹੈ, ਪਰ ਅਸਲੀਅਤ ਹੈ ਕਿ 17 ਸਾਲ ਇਹਨਾਂ ਦੇ ਚੋਣ ਨਹੀਂ ਹੋਏ ਹੈਗੇ। ਸੈਂਟਰ ਨੇ ਇਹਨੂੰ ਖਤਮ ਕਰਨ ਦਾ ਯਤਨ ਕੀਤਾ ਹੈਗਾ। ਅੱਜ ਇੱਕ ਟਿਰਨੀ ਹੈ, ਲਿਫਾਫੇ 'ਚੋਂ ਜਥੇਦਾਰ ਨਿਕਲਦੇ ਆ ਤੇ ਇੱਕ ਪਰਿਵਾਰ ਦਾ ਇਹਦੇ ਉੱਤੇ ਰਾਜ ਹੈ। ਇਹਨਾਂ ਕੋਲੇ ਤਾਂ ਆਪਣੇ ਪ੍ਰਚਾਰ ਦੇ ਟੀਵੀ ਚੈਨਲ ਵੀ ਨਹੀਂ ਹੈਗੇ, ਉਹ ਪੀਟੀਸੀ ਨੂੰ ਹੱਕ ਦਿੱਤੇ ਆ ਗੁਰਬਾਣੀ ਦੇ, ਉਹ ਲੁੱਟ ਰਹੇ ਹੈਗੇ ਆ। ਸਾਡੇ ਗੁਰੂ ਘਰਾਂ ਦੇ ਵਿੱਚ ਹੁਣ 10 ਸਾਲ 11 ਸਾਲ ਚੋਣ ਨਹੀਂ ਹੋਇਆ ਹੈਗਾ, ਔਰ ਇਹ ਜਿਹੜਾ ਸੈਂਟਰ ਨੇ ਸਾਡੇ ਉੱਤੇ ਡੈਮੋਕ੍ਰੇਸੀ ਤੋਂ ਸਾਨੂੰ ਵਾਂਝਾ ਕੀਤਾ ਹੈ, ਜਦ ਕਿ ਐਸਜੀਪੀਸੀ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਭਾਰਤ ਤੋਂ ਪਹਿਲਾਂ ਬਣਿਆ ਸੀਗਾ 1920-25 'ਚ, ਤੇ ਇਹਨਾਂ ਨੇ ਸਾਨੂੰ ਡੈਮੋਕ੍ਰੈਟਿਕਲੀ ਖਤਮ ਕਰਨ ਵਾਸਤੇ ਇਹ ਕੰਮ ਕੀਤਾ ਹੈਗਾ, ਜਿਸ ਕਰਕੇ ਐਸਜੀਪੀਸੀ ਆਪਣੇ ਸੋਚ ਤੋਂ ਬਿਲਕੁਲ ਵਾਂਝਾ ਹੋਇਆ ਹੈ। 328 ਸਰੂਪ ਗਵਾਤੇ, ਬਰਗਾੜੀ 'ਚ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ, ਡੀਜੀਪੀ ਸੁਮੇਧ ਸੈਣੀ ਇਹਨਾਂ ਨੇ ਬਣਾ ਕੇ ਸਾਡੀਆਂ ਨੌਜਵਾਨਾਂ ਨੂੰ ਗੋਲੀਆਂ ਚਲਾ ਕੇ ਮਾਰਤਾ ਹੈਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਐਸਜੀਪੀਸੀ ਇੱਕ ਟਿਰੈਨਿਕਲ ਫਾਰਮ ਆਫ ਗਵਰਨਮੈਂਟ ਬਣਿਆ ਹੋਇਆ ਹੈਗਾ, ਸਾਡੇ ਗੁਰੂ ਘਰਾਂ ਦੀ ਲੁੱਟ ਕਰ ਰਿਹਾ ਤੇ ਸਾਡੇ ਸੰਸਥਾਵਾਂ ਨੂੰ ਖਤਮ ਕਰ ਰਿਹਾ ਹੈ। ਬੇਅਦਬੀ ਦੇ ਮੁੱਦੇ ਦੀ ਗੱਲ ਆ ਜਾਂ ਗੋਲੀकांड ਦੀ ਗੱਲ ਹੋਈ ਆ, ਬਾਈਬਲ ਕਲਾ ਸਭੀ ਜਾਣਦੇ ਆ ਕਿ ਇਸੇ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ, ਕਿੰਨਾ ਕੁ ਘਾਣ ਹੋਇਆ। ਹਜੇ ਤੱਕ ਜਿਹੜੀਆਂ ਬੇਅਦਬੀਆਂ ਲਗਾਤਾਰ ਜਾਂਦੀਆਂ ਜਾ ਰਹੀਆਂ, ਹਰ ਪਾਰਟੀ ਆਉਂਦੀ ਆ, ਮੁੱਦਾ ਲੈ ਕੇ ਆਉਂਦੀ ਹੈ, ਮੁੱਦਾ ਦਿਖਾਉਂਦੀ ਆ ਵੀ ਹੱਲ ਕਰਾਂਗੇ, ਸਟਿਲ ਉੱਥੇ ਹੀ ਖੜ ਜਾਂਦੇ ਆ। ਉਸ ਨੂੰ ਲੈ ਕੇ ਵੀ ਲੋਕਾਂ 'ਚ ਜਾ ਕੇ ਹੁਣ ਵਿਚਰ ਰਹੇ ਹੋ, ਪ੍ਰਚਾਰ ਕਰ ਰਹੇ ਹੋ ਤੇ ਉਹ ਕਹਿ ਰਹੇ ਹੋ ਕਿ ਇਸ ਦੇ ਉੱਤੇ ਸਾਨੂੰ ਚਾਹੀਦਾ ਕੁਝ ਕਰਨਾ। ਇਹ ਸਟੇਟ ਦੀ ਬੜੀ ਲੰਬੀ ਸਮੇਂ ਤੋਂ ਇਹੋ ਜਿਹੀ ਸੋਚ ਹੈ ਕਿ ਘੱਟ ਗਿਣਤੀਆਂ ਨੂੰ ਜਸਟਿਸ ਨਹੀਂ ਦੇਣੀ। ਜੇ ਤੁਸੀਂ 1984 ਨੂੰ ਦੇਖੋਗੇ, ਉੱਥੇ ਵੀ ਸਾਡੇ ਜਿਹੜੇ ਕਤਲੇਆਮ ਹੋਏ ਉਹਦਾ ਕੋਈ ਲੇਖਾ ਜੋਖਾ ਨਹੀਂ ਕੀਤਾ ਨਾ। ਦੂਜੇ ਪਾਸੇ ਉਹ ਜਿਹੜਾ ਯੋਗਾ ਵਾਲਾ ਬਾਬਾ ਸੀ, ਉਹ ਸਾੜੀ ਪਾ ਕੇ ਆਪ ਫੜਿਆ ਗਿਆ ਤੇ ਉਹਨੂੰ ਹਾਈ ਕੋਰਟ ਨੇ ਨਾਲ ਦੀ ਨਾਲ ਕਿਹਾ ਕਿ ਸੂਓ ਮੋਟੋ ਨੋਟਿਸ ਲੈ ਲਿਆ ਕਿ ਇਹਦੀ ਹੱਕਾਂ ਦੀ ਉਲੰਘਣਾ ਹੈਗੀ ਹੈ, ਪਰ ਸਾਨੂੰ ਕੋਈ ਮਾਰੇ ਵੱਡੇ, ਸਾਨੂੰ ਕੱਟ ਕੇ ਸੁੱਟ ਦੇ, ਇਹ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਸਾਡੇ ਲਈ ਕੰਮ ਨਹੀਂ ਕਰਨ ਨੂੰ ਤਿਆਰ। ਸਾਡੇ ਨੌਜਵਾਨ ਵੀਰ ਜਿਹੜੇ ਉਸ ਸਮੇਂ ਨੌਜਵਾਨ ਸੀ, ਅੱਜ ਬਜ਼ੁਰਗ ਜੇਲ੍ਹਾਂ 'ਚ ਬੈਠੇ ਹੈਗੇ ਆ। ਇੱਧਰ ਰਾਮ ਰਹੀਮ ਨੂੰ ਰਿਹਾਈ ਦਿੱਤੀ ਹੈਗੀ ਆ, ਦੂਜੇ ਪਾਸੇ ਸਾਡੇ ਜਿਹੜੇ ਜੁਝਾਰੂ ਹੈਗੇ ਆ ਉਹ ਅੱਜ ਵੀ ਜੇਲ੍ਹਾਂ 'ਚ ਆਪਣੀਆਂ ਟਰਮ ਤੋਂ ਵੱਧ ਬੈਠੇ ਹੋਏ ਹੈਗੇ ਆ। ਸੋ ਇਹ ਜਿਹੜੀ ਪਾਲਿਸੀ ਹੈਗੀ ਹੈ ਸੈਂਟਰ ਦੀ ਕਿ ਘੱਟ ਗਿਣਤੀਆਂ ਨੂੰ ਦਫਨਾ ਕੇ ਦੱਬ ਕੇ ਰੱਖਣਾ ਹੈਗਾ, ਇਹ ਤੁਹਾਡੇ ਸਾਹਮਣੇ ਸਪਸ਼ਟ ਆ ਰਹੀ ਹੈ। ਅੱਛਾ, ਰਾਮ ਰਹੀਮ ਦੀ ਤੁਸੀਂ ਗੱਲ ਕੀਤੀ ਹੈ, ਰਾਮ ਰਹੀਮ ਦਾ ਜ਼ਿਕਰ ਹੋਇਆ ਹੈ ਕਿ ਉਹਨੂੰ ਜਿਹੜਾ ਬਾਹਰ ਕੱਢਿਆ ਗਿਆ, ਇੱਕ ਦਿਨ ਦੀ ਫਰਲੋ ਤੇ ਬਾਹਰ ਲਿਆਂਦਾ ਗਿਆ ਆ, ਤੇ ਲੱਗਦਾ ਕਿ ਬੀਜੇਪੀ ਪੂਰੀ ਤਰ੍ਹਾਂ ਜਿਹੜਾ ਉਹ ਹੱਕ 'ਚ ਭੁਗਤਿਆ ਜਾਏ, ਕਹਦੀ ਹੈ ਕਿ ਇਲੈਕਸ਼ਨ ਦੇ ਵਿੱਚ ਰਾਮ ਰਹੀਮ ਨੂੰ ਹੁਣ ਵਰਤਿਆ ਜਾਊਗਾ ਪ੍ਰੋਪਰਲੀ। ਇਹ ਤੁਹਾਡੇ ਸਾਹਮਣੇ ਹੈ ਜੀ, ਇਹ ਇਹਨਾਂ ਦੀ ਸਕੀਮ ਹੀ ਇਹ ਹੈਗੀ ਹੈ। ਇਹ ਇਲੈਕਸ਼ਨਾਂ ਦੇ ਵਿੱਚ ਖਿੱਚ ਧੂ ਕਰਕੇ ਇਹਨਾਂ ਦੇ ਹੱਥ 'ਚ ਸਾਰੀ ਪਾਵਰ ਹੈਗੀ ਹੈ। ਇਹ ਜਿਵੇਂ ਵੀ ਇੱਥੇ ਸਾਨੂੰ ਘੱਟ ਗਿਣਤੀਆਂ ਨੂੰ ਡਿਸਟਰੋਏ ਕਰ ਸਕਦੇ ਆ, ਹਰੇਕ ਹੀਲਾ ਵਰਤਦੇ ਹੈਗੇ ਆ, ਤੇ ਬਿਲਕੁਲ ਹੀ ਤੁਹਾਡੀ ਗੱਲ ਨੁਕਸਾਨ ਕਰਨੇ ਵਾਲਾ ਡੇਰਾ ਹੁਣ ਜੇ ਇਸ ਤਰੀਕੇ ਨਾਲ ਆਊਗਾ ਤਾਂ ਕਿੰਨਾ ਕੁ ਨੁਕਸਾਨ ਹੋਣ ਵਾਲਾ, ਖਾਸ ਕਰਕੇ ਜਿਹੜੇ ਪੰਜਾਬੀਅਤ ਹੈ ਜਾਂ ਪੰਜਾਬੀ ਲੋਕ। ਇੱਕ ਮਰਡਰਰ, ਇੱਕ ਰੇਪਿਸਟ ਅੱਜ ਲੋਕਾਂ ਦੇ ਉੱਤੇ ਪ੍ਰਭਾਵ ਪਾਏ, ਇਹ ਇੱਕ ਸਮਾਜ ਦੇ ਵਿੱਚ ਇੰਨੀ ਗਹਿਰੀ ਗਿਰਾਵਟ ਆਈ ਹੈ ਕਿ ਅਸੀਂ ਇਹੋ ਜਿਹੇ ਬੰਦੇ ਨੂੰ ਵਰਤ ਕੇ
ਆਪਣੀਆਂ ਵੋਟਾਂ ਖੱਟਣ ਦੇ ਹੀਲੇ ਤੇ ਆਏ ਹੋਏ ਹੈ। ਪਰ ਬੀਜੇਪੀ ਲਈ ਨਵੀਂ ਗੱਲ ਨਹੀਂ ਹੈ। ਉਹਨਾਂ ਨੇ ਤਾਂ ਗੁਜਰਾਤ 'ਚ ਘੱਟ ਗਿਣਤੀਆਂ ਨੂੰ ਵੱਢ ਕੇ ਇੱਕ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਬਣਾਤਾ। ਯੂਪੀ 'ਚ ਵੱਢੀ ਜਾਂਦੇ ਆ, ਸਾਡੇ ਸਿੱਖਾਂ ਨੂੰ ਗੁਜਰਾਤ ਤੋਂ ਜ਼ਮੀਨਾਂ ਤੋਂ ਵਾਂਝਾ ਕਰਕੇ ਬਾਹਰ ਸੁੱਟ ਦਿੰਦੇ ਆ। ਇਹ ਤਾਂ ਸਾਡੀ ਜਿਹੜੀ ਇੱਕ ਬਹੁਤ ਗਿਰੀ ਹੋਈ ਸੋਚ ਹੈ, ਜਿਹੜਾ ਇਹਨਾਂ ਨੂੰ ਬਾਰ-ਬਾਰ ਅਪਣਾਈ ਜਾ ਰਹੀ ਹੈਗੀ ਹੈ। ਅੱਜ ਅਕਾਲੀ ਦਲ ਨੇ ਸ਼ਿਵ ਸੈਨਾ ਨੂੰ ਫੜ ਲਿਆ ਹੈਗਾ, ਕੱਲ੍ਹ ਬੀਜੇਪੀ ਦੀ ਗੋਦੀ 'ਚ ਹੋ ਜਾਣਗੇ। ਇਹ ਬਹੁਤ ਗਿਰੀ ਹੋਈ ਸਿਆਸਤ ਆਪਣੇ ਵਾਸਤੇ ਹੈਗੀ। ਕੌਣ ਸੁਧਾਰੂਗਾ ਸਿਆਸਤ ਨੂੰ? ਸੁਧਾਰੂਗਾ ਕੌਣ? ਕਿਉਂਕਿ ਲੋਕ ਨੇ ਜਿਹੜੇ ਉਹ ਸੁਣਨ ਨੂੰ ਤਿਆਰ ਨਹੀਂ। ਤੁਸੀਂ ਜਾਣਦੇ ਹੋ, ਤੁਸੀਂ ਵਿਚਰਦੇ ਹੋ, ਤੁਸੀਂ ਖੁਦ ਵੀ ਵਿਚਰ ਕੇ ਆਉਂਦੇ ਹੋ, ਕਿੰਨੇ ਕੁ ਜਾਣਿਆਂ ਨੂੰ ਸਮਝਾਉਂਦੇ ਹੋ ਜਾਂ ਬੈਠਦੇ ਹੋ ਸਮਝਾਉਣ ਲੱਗਦੇ ਹੋ। ਹਰ ਕੋਈ ਤੁਹਾਨੂੰ ਜਿਹੜਾ ਅਗਲਾ ਕਹਿੰਦਾ ਵੀ ਲੈਕਚਰ ਨਾ ਦੇ ਮੈਨੂੰ, ਮੈਂ ਲੈਕਚਰ ਨਹੀਂ ਸੁਣਨਾ ਆ। ਫਿਰ ਕੌਣ ਸਮਝਾਊਗਾ? ਕਿਵੇਂ ਅਸੀਂ ਇਹਨੂੰ ਹੱਲ ਕਰਾਂਗੇ? ਦੇਖੋ, ਨਿਘਾਰ ਵੀ ਆਉਂਦੇ ਹੈ, ਚੜ੍ਹਾਵਾ ਚੜ੍ਹਤ ਵੀ ਹੁੰਦੀ ਹੈਗੀ ਹੈ। ਇਹ ਕੁਦਰਤੀ ਹੈ। ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਅਤੇ ਅੱਜ ਦੇ ਦਿਨ ਜਿਹੜੀ ਕਿਸਾਨੀ ਸੰਘਰਸ਼ ਨੇ ਲੋਕਾਂ ਨੂੰ ਸਮਝਾਤਾ ਹੈਗਾ ਕਿ ਸੈਂਟਰ ਸਾਡੇ ਪੱਖ 'ਚ ਨਹੀਂ ਖੜਦੀ, ਉਹ ਸੋਚ ਕਾਫੀ ਉੱਭਰੀ ਹੈ ਅਤੇ ਸਾਨੂੰ ਲੱਗਦਾ ਕਿ ਤਬਦੀਲੀ ਆ ਰਹੀ ਹੈ। ਇਹ ਕਿਸ ਹੱਦ ਤੱਕ ਚੱਲਦੀ ਹੈ, ਕਿਸ ਹੱਦ ਤੱਕ ਨਹੀਂ ਚੱਲਦੀ, ਇਹ ਹੁਣ ਐਂ ਤਾਂ ਸਾਡੇ ਪੰਚਮ ਪਿਤਾ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਤੱਤੇ ਤਵੇ 'ਤੇ। ਨੌਵੇਂ ਪਿਤਾ ਨੇ ਜਾ ਕੇ ਉੱਥੇ ਸ਼ਹਾਦਤ ਦਿੱਤੀ। ਦਸਮ ਪਿਤਾ ਨੇ ਤਾਂ ਸਰਬੰਸ ਦਾਨ ਕਰਤਾ ਹੈਗਾ। ਸੋ ਇਹ ਜਿਹੜੇ ਨਿਗਾਰ ਆਉਂਦੇ ਆ, ਮਨ 'ਤੇ ਨਹੀਂ ਲੈਣੇ ਚਾਹੀਦੇ ਆ। ਜਿਹੜੀ ਸੋਚ ਹੈ, ਜੋ ਸਿੱਖੀ ਸੋਚ ਹੈ, ਸਰਬੱਤ ਤੇ ਭਲੇ ਦੀ ਸੋਚ ਹੈ, ਮਾਨਸ ਕੀ ਜ਼ਾਤ ਸਭੀ ਹੈ, ਏਕ ਸੋਚ ਹੈ, ਇਹ ਬੂਟਾ ਇੰਨਾ ਤਗੜਾ ਹੈ, ਇਹ ਕਦੋਂ ਵੀ ਉੱਠ ਪੈਂਦਾ ਹੈਗਾ। ਸੋ ਇਹ ਮਨ 'ਤੇ ਨਹੀਂ ਲਈਦੀਆਂ ਹੁੰਦੀਆਂ ਗੱਲਾਂ। ਲੋਕੀ ਸਮਝਦੇ ਆ, ਕਦੀ ਉੱਠ ਕੇ ਤੁਹਾਨੂੰ ਉੱਤੇ ਚੱਕ ਦਿੰਦੇ ਆ, ਕਦੀ ਨਹੀਂ ਚੱਕਦੇ ਹੈਗੇ। ਸੋ ਇਹ ਤਾਂ ਚੱਲਦਾ ਰਹਿੰਦਾ। ਕਹਿਣ ਦਾ ਭਾਵ ਹੈ ਕਿ ਪੰਜਾਬੀਆਂ ਦੀ ਇਹ ਸੋਚ ਹੈ ਕਿ ਛਤਰ ਤੇ ਛਿੱਤਰ ਇਕੱਠੇ ਹੀ ਰੱਖਦੇ ਨੇ, ਕਦੇ ਛਿੱਤਰ ਫੇਰ ਦਿੰਦੇ, ਕਦੇ ਛਤਰ ਚੜਾ ਦਿੰਦੇ ਨੇ। ਚਲੋ ਅਸੀਂ ਤਾਂ ਇਹੀ ਕਵਾਂਗੇ, ਸਾਨੂੰ ਪਿਆਰ ਹੀ ਦਿੰਦੇ ਆ। ਸੋ ਪਿਆਰ ਦੀ ਗੱਲ ਕਰੀਏ, ਕਿੰਨਾ ਕੁ ਪਿਆਰ ਮਿਲ ਰਿਹਾ? ਦੁਬਾਰਾ ਆਪਾਂ ਹੁਣ ਤੁਹਾਡੀ ਕੰਪੇਨ ਵੱਲ ਨੂੰ ਆਈਏ ਜਾਂ ਇਹ ਸੀਟ ਵੱਲ ਨੂੰ ਆਈਏ, ਕਿਵੇਂ ਲੋਕਾਂ ਦਾ ਕਿਵੇਂ ਇੱਕ ਮਾਹੌਲ ਆ, ਕਿੰਨਾ ਕੁ ਪਿਆਰ ਮਿਲ ਰਿਹਾ? ਖਾਸ ਕਰਕੇ ਕੇਵਲ ਸਿੱਖ ਜਿਹੜੇ ਭਾਵਨਾਵਾਂ ਵਾਲੇ ਉਹੀ ਜੁੜਦੇ ਨੇ ਕਿ ਹਰ ਕੋਈ ਜਿਹੜਾ ਸਪੋਰਟ ਦੇ? ਦੇਖੋ, ਇਹ ਵੱਡਾ ਭੁਲੇਖਾ ਹੈ। ਜਿਹੜੀ ਇਹ ਧਰਤੀ ਹੈ, ਇਹਦੇ ਉੱਤੇ ਗੁਰੂ ਸਾਹਿਬ ਨੇ 500 ਸਾਲ ਤੋਂ ਆਪਣੀ ਸੋਚ ਤੋਰੀ ਹੋਈ ਹੈ। ਜੇ ਆਪਾਂ ਕਹੀਏ ਸਿਰਫ ਆਪਾਂ ਉਹਨਾਂ ਨੂੰ ਮੰਨਦੇ ਹਾਂ ਸਿੱਖ, ਇਹ ਗੱਲ ਠੀਕ ਨਹੀਂ ਹੈ। ਗੁਰੂ ਨਾਨਕ ਨਾਮ ਲੇਵਾ, ਸਾਡੇ ਜਿਹੜੇ ਭਗਤ ਹੈ, ਨਾਮਦੇਵ ਜੀ ਤੋਂ ਲੈ ਕੇ ਧੰਨਾ ਭਗਤ ਜੀ, ਹੋਰ ਸਾਰੇ ਭੱਠਾਂ ਦੀ ਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਹੈਗੀ। ਸੋ ਅਸੀਂ ਹਰੇਕ ਵਰਗ ਨਾਲ, ਹਰੇਕ ਪੱਖ ਤੋਂ ਜੁੜੇ ਹੋਏ ਹਾਂ। ਅਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਹੈ, ਉਹ ਪੰਜਾਬ 'ਤੇ ਬਹੁਤ ਹਾਵੀ ਹੈ ਅਤੇ ਇਹਦੇ ਵਿੱਚ ਇਸ ਸੋਚ ਨਾਲ ਹਰੇਕ ਖੜਨ ਨੂੰ ਤਿਆਰ ਹੈ। ਇਹ ਵਖਰੇਵਾਂ ਨਹੀਂ ਦਿਖਾਉਂਦੇ, ਇਹ ਐਂ ਨਹੀਂ ਕਹਿੰਦੇ ਕਿ ਤੁਸੀਂ ਇਹੋ ਜਿਹੇ ਬੰਦੇ ਹੋ ਜਾਂ ਉਹੋ ਜਿਹੇ ਬੰਦੇ ਹੈ। ਇਹ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ। ਸੋ ਜਦ ਆਪਾਂ ਕਹਿੰਦੇ ਹਾਂ ਕਿ ਸਿਰਫ ਸਿੱਖ ਜਾਂ ਸਿਰਫ ਇਹ ਮੇਰਾ ਖਿਆਲ ਛੋਟਾ ਦਾਇਰਾ ਹੈਗਾ। ਇਹ ਇਸ ਧਰਤੀ ਦੇ ਉੱਤੇ ਗੁਰੂ ਸਾਹਿਬਾਨਾਂ ਦਾ ਬਹੁਤ ਵੱਡਾ ਹੈਗਾ। ਸਾਡੀ ਸਾਂਝ ਹਰੇਕ ਨਾਲ, ਹਰੇਕ ਖੁਸ਼ੀ ਨਾਲ ਮਿਲਦਾ ਹੈ। ਉਹ ਸਿਆਣਦਾ ਕਿ ਸਟੈਂਡ ਲਿੱਤਾ ਹੋਇਆ ਹੈ, ਅਸੀਂ ਔਕੜਾਂ ਝਾਲੀਆਂ, ਅਸੀਂ ਲਾਲਚਾਂ ਨਹੀਂ ਲਿੱਤੀਆਂ। ਸੋ ਇਸ ਗੱਲ ਨੂੰ ਹਰੇਕ ਜੁੜਦਾ ਅਤੇ ਸਤਿਕਾਰ ਕਰਦਾ। ਅੱਛਾ ਮਾਨ ਸਾਹਿਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਬੜੇ ਲੰਬੇ ਸਮੇਂ ਤੋਂ ਰਜਿਸਟਰ ਪਾਰਟੀ ਆ, ਲੰਬੇ ਸਮੇਂ ਚੱਲਦੀ ਆ ਰਹੀ, ਪਰ ਚੋਣ ਨਿਸ਼ਾਨ ਹਰ ਵਾਰੀ ਜਿਹੜਾ ਚੇਂਜ ਹੋ ਜਾਂਦਾ, ਕੀ ਕਾਰਨ ਕੀ ਲੱਗਦਾ? ਕਿਉਂ ਹਰ ਵਾਰੀ ਤੁਹਾਨੂੰ ਜਿਹੜਾ ਚੋਣ ਨਿਸ਼ਾਨ ਇੱਕ ਫਿਕਸ ਨਹੀਂ ਹੈਗਾ? ਹੁਣ ਵੀ ਦੇਖਿਆ ਤਾਂ ਆਜ਼ਾਦ ਉਮੀਦਵਾਰਾਂ ਦੀ ਤਰ੍ਹਾਂ ਜਿਹੜਾ ਚੋਣ ਨਿਸ਼ਾਨ ਮਿਲੇ ਹੋਏ। ਜਿਹੜੀ ਸਾਡੀ ਵੋਟਿੰਗ ਪਰਸੈਂਟੇਜ ਹੈ, ਉਹ ਬਣਦੀ ਪਿੱਛੇ ਹਟ ਜਾਂਦੀ ਹੈ। ਲੋਕੀ ਇਸ ਪੱਖ ਨੂੰ ਚਲੇ ਜਾਂਦੇ ਹੈਗੇ ਆ ਕਿ ਅਸੀਂ ਜਿਹੜੀ ਸੈਂਟਰਵਾਦੀ ਸੋਚ ਹੈ ਉਹਦੇ ਨਾਲ ਖੜ ਜਾਈਏ, ਅਤੇ ਇਹ ਕਰਕੇ ਸਾਡਾ ਚੋਣ ਨਿਸ਼ਾਨ ਇਲੈਕਸ਼ਨ ਕਮਿਸ਼ਨ ਨੇ ਐਤਕੀ ਡਿਨਾਈ ਕੀਤਾ ਹੈ ਸਾਨੂੰ ਕਿ ਤੁਸੀਂ ਇੱਕ ਨਿਸ਼ਾਨ 'ਤੇ ਨਹੀਂ ਖੜ ਸਕਦੇ ਹੈਗੇ। ਹੁਣ ਤੁਸੀਂ ਜਿਸ ਮਰਜ਼ੀ ਤਰ੍ਹਾਂ ਇਹਨੂੰ ਸੋਚੋ, ਪਰ ਮੇਰੀ ਸੋਚ ਹੈ ਕਿ ਇਹ ਸੈਂਟਰ ਨੇ ਅੱਜ ਸਾਡੀ ਉੱਭਰਦੀ ਵੋਟ ਬੈਂਕ ਨੂੰ ਦੇਖ ਕੇ ਜਾਣ ਕੇ ਸਾਡੇ ਚੋਣ ਨਿਸ਼ਾਨ ਤੋੜੇ ਹੈਗੇ ਆ। ਜਦ ਕਿ ਅਮਰਿੰਦਰ ਸਿੰਘ ਜਿਹਦੇ ਪੱਲੇ ਕੁਛ ਨਹੀਂ ਹੈਗਾ, ਸੁਖਦੇਵ ਸਿੰਘ ਢੀਂਡਸਾ ਜਿਹੜਾ ਇਲੈਕਸ਼ਨ ਇੰਨੇ ਨਹੀਂ ਲੜਿਆ ਹੈਗਾ ਆਜ਼ਾਦ ਤੌਰ 'ਤੇ, ਜਿਹੜੇ ਕਿਸਾਨ ਯੂਨੀਅਨ ਆ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਇੱਕ ਚੋਣ ਨਿਸ਼ਾਨ ਦਿੱਤਾ, ਪਰ ਸਾਨੂੰ ਡਿਨਾਈ ਕਰਤਾ। ਜਦ ਕਿ ਅੱਜ ਐਤਕਾਂ ਅਸੀਂ 93 ਕੈਂਡੀਡੇਟ ਫੀਲਡ ਕੀਤੇ ਹੈਗੇ। ਮੇਰਾ ਇਹੀ ਸਵਾਲ ਸੀਗਾ ਕਿ ਹਰ ਇੱਕ ਛੋਟੀ ਪਾਰਟੀ ਨੂੰ ਵੀ ਜਿਹੜਾ ਉਹ ਪਾਰਟੀ ਗਿਣ ਰਹੇ ਨੇ, ਮੁਕਾਬਲੇ 'ਚ ਗਿਣ ਰਹੇ ਆ ਜਾਂ ਸਮਝੌਤਾ ਗਿਣ ਰਹੇ ਆ, ਅਤੇ ਤੁਸੀਂ ਤਾਂ ਇੰਨੇ ਜਿਹੜੀਆਂ ਸੀਟਾਂ ਤੋਂ ਲੜ ਰਹੇ ਹੋ ਅਤੇ ਤੁਹਾਨੂੰ ਕਿਤੇ ਜਿਹੜਾ ਉਹ ਗਿਣਤੀ 'ਚ ਵੀ ਨਹੀਂ ਲੈ ਕੇ ਆ ਰਹੇ ਹੈਗੇ।
ਸੈਂਟਰ ਨੇ ਤਾਂ ਸਾਡੇ ਜਥੇਦਾਰ ਕੌਂਕੇ ਨੂੰ ਮਰਡਰ ਕਰਕੇ ਥਾਣੇ 'ਚ ਉਹਦੀ ਰਿਪੋਰਟ ਵੀ ਕੱਢੀ ਹੋਈ ਹੈ ਸ਼ਰਮਾ ਨੇ, ਡੀਜੀਪੀ ਆਈਜੀ ਸ਼ਰਮਾ ਨੇ। ਤੇ ਸਾਨੂੰ ਤਾਂ ਵੱਢ ਕੇ ਸੁੱਟਣਾ ਚਾਹੁੰਦੇ ਹੈਗੇ ਆ, ਸਾਡੇ ਨਾਲ ਨਫ਼ਰਤ ਬਹੁਤ ਕਰਦੀ ਹੈ ਸੈਂਟਰ। ਕਿਉਂ ਕਿਉਂ ਨਫ਼ਰਤ ਕਿਉਂ ਆ? ਕੀ ਡਰ ਕੀ ਪਿਆ ਹੋਇਆ ਉਹਨਾਂ ਨੂੰ? ਕਿਉਂ ਲੱਗਦਾ ਵੀ ਇਹੀ ਜਿਹੜੇ ਨੇ ਲੋਕ ਨੇ ਸਿਰਫ ਇਹਨਾਂ ਨੂੰ ਆਪਾਂ ਟਾਰਗੇਟ ਕਰ ਲਈਏ? ਕਿਉਂਕਿ ਅਸੀਂ ਝੁਕੇ ਨਹੀਂ। ਹਰੇਕ ਹੋਰ ਦਲ ਦੇਖੋ, ਅਨੰਦਪੁਰ ਸਾਹਿਬ ਦਾ ਮਤਾ ਸਾਂਝੇ ਤੌਰ 'ਤੇ ਅਕਾਲੀ ਦਲ ਨੇ ਪਾਇਆ ਸੀ, ਉਹ ਉਸ ਤੋਂ ਮੁੱਕਰ ਗਿਆ। ਹੁਣ ਫੈਡਰਲਿਜ਼ਮ ਤਾਂ ਇੰਨੀ ਕੋਈ ਭਿਆਨਕ ਚੀਜ਼ ਹੈ ਹੀ ਨਹੀਂ। ਇਹ ਤਾਂ ਇਹੀ ਕਹਿੰਦੇ ਆ ਸੂਬੇ ਦਾ ਹੱਕ ਹੋਣੇ ਚਾਹੀਦੇ ਆ, ਅਤੇ ਉਹਨਾਂ ਨੂੰ ਡਰਾ ਕੇ ਇਹਨਾਂ ਨੇ ਬੀਜੇਪੀ 'ਚ ਵਾੜਤਾ। ਤਕਰੀਬਨ ਹੁਣ ਉਹਦੇ 'ਚ ਹੀ ਹੈ, ਸ਼ਿਵ ਸੈਨਾ ਨਾਲ ਟਾਈ ਅਪ ਹੈ ਇਹਨਾਂ ਦਾ। ਕਾਂਗਰਸ ਪਹਿਲਾਂ ਤੋਂ ਸੈਂਟਰ ਦੇ ਅਧੀਨ ਚੱਲਦੀ ਰਹੀ ਹੈ। ਅੱਜ ਆਮ ਆਦਮੀ ਪਾਰਟੀ ਉਹ ਵੀ ਸੈਂਟਰ ਪੱਖੀ ਸੋਚ ਰੱਖਦੀ ਹੈ। ਸੂਬੇ ਦੇ ਸਾਡੇ ਉਹਨਾਂ ਨੇ ਤਜਰਬੇ ਕੀਤੇ ਨਹੀਂ ਹੈਗੇ, ਉਹਨਾਂ ਦਾ ਕੋਈ ਅੱਜ ਦੇ ਦਿਨ 'ਚ ਕੁਰਬਾਨੀ ਨਹੀਂ ਹੈਗੀ, ਕੋਈ ਉਹਨਾਂ ਨੇ ਪੰਜਾਬ ਦੇ ਸੰਘਰਸ਼ ਲੜੇ ਨਹੀਂ। ਉਹ ਤਾਂ ਦਿੱਲੀ ਦਾ ਮਾਡਲ ਆ ਕੇ ਕਹਿੰਦੇ ਇੱਥੇ ਲਾਗੂ ਕਰਨਗੇ, ਅਤੇ ਅਸੀਂ ਬਾਰ-ਬਾਰ ਦਿੱਲੀ ਦੇ ਗੱਲਾਂ 'ਚ ਆ ਕੇ ਅਸੀਂ ਦੇਖ ਚੁੱਕੇ ਹੈਗੇ ਹਾਂ। ਸੋ ਇਹ ਜਿਹੜੀ ਸਾਡੇ ਉਰੇ ਸੈਂਟਰਵਾਦੀ ਸੋਚ ਚੱਲ ਰਹੀ ਹੈਗੀ ਹੈ, ਉਹ ਸਾਨੂੰ ਥੋੜ੍ਹਾ ਜਿਹਾ ਇੱਦਾਂ ਕਰਦੀ ਹੈਗੀ ਹੈ। ਮੀਡੀਆ ਦੀ ਤੁਸੀਂ ਗੱਲ ਕੀਤੀ, ਪਹਿਲਾਂ ਆਪਾਂ ਮੀਡੀਆ ਦੀ ਗੱਲ ਕਰ ਰਹੇ, ਖਾਸ ਕਰਕੇ ਐਸਜੀਪੀਸੀ ਨੂੰ ਲੈ ਕੇ ਇੱਕ ਵੱਡਾ ਅਹਿਮ ਸਵਾਲ ਹੈਗਾ ਮੀਡੀਆ ਨੂੰ ਲੈ ਕੇ, ਕਿ ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਜਿੱਥੇ ਵੀ ਜਾਂਦੇ ਹਾਂ, ਨਤਮਸਤਕ ਹੁੰਦੇ ਹਾਂ, ਉੱਥੇ ਜਾ ਕੇ ਇੱਕ ਵੱਡੀ ਸਾਰਾ ਬੋਰਡ ਲਾਇਆ ਜਾਂਦਾ ਲਿਖ ਕੇ ਕਿ ਫੋਟੋ ਖਿੱਚਣੀ ਮਨਾ ਹੈ। ਕਿਉਂ ਲੱਗਦਾ ਕਿ ਕੀ ਡਰ ਪੈ ਗਿਆ ਕਿ ਅਸੀਂ ਆਪਣੇ ਗੁਰੂ ਦੀ ਯਾਦਾਂ ਨੂੰ ਆਪਣੇ ਤੱਕ ਨਹੀਂ ਲੈ ਕੇ ਜਾ ਸਕਦੇ? ਕੀ ਡਰ ਪੈ ਗਿਆ ਕਿ ਅਸੀਂ ਉਹਨਾਂ ਨੂੰ ਜਿਹੜਾ ਰਿਸਪੈਕਟ ਨਹੀਂ ਦੇ ਸਕਦੇ? ਕੀ ਲੱਗਦਾ ਕਿ ਇਹਨਾਂ ਨੇ ਸਾਰੀ ਗੁਰਬਾਣੀ ਦੇ ਰਾਈਟ ਹੈ ਕਿਸੇ ਨੂੰ ਵੇਚਤੇ ਕਿ ਵੀ ਤੁਸੀਂ ਫੋਟੋ ਨਾ ਖਿੱਚੋ ਤੇ ਅਸੀਂ ਇੱਥੇ ਨਾ ਹੋ ਕਰੋ? ਤੁਸੀਂ ਸਵਾਲ ਨਹੀਂ ਪੁੱਛਦੇ, ਤੁਸੀਂ ਜਵਾਬ ਮੈਨੂੰ ਦਿੰਦੇ ਹੋ। ਇਹ ਦੇਖੋ ਜੀ, ਪੀਟੀਸੀ ਨੇ ਇਹ ਰਾਈਟਸ ਆਪਣੇ ਪੱਖ 'ਚ ਕੀਤੇ ਹੋਏ ਹੈ, ਅਤੇ ਦੇ ਡੋਂਟ ਵਾਂਟ ਪੀਪਲ ਟੂ ਯੂਜ਼ ਗੁਰਬਾਣੀ ਅਦਰ ਦੈਨ ਦੈਮਸੈਲਵਸ। ਬਹੁਤ ਗੰਦੀ ਸੋਚ ਹੈ, ਇਹ ਬਹੁਤ ਮਾੜੀ ਸੋਚ ਹੈ ਇਹਨਾਂ ਦੀ। ਅੱਛਾ, ਮਤਲਬ ਲੋਕਾਂ 'ਚ ਵਿਚਰਦੇ ਹੋ, ਜਾਂਦੇ ਹੋ, ਲੋਕਾਂ ਨਾਲ ਘੁੰਮਦੇ ਹੋ, ਸਿਮਰਨਜੀਤ ਸਿੰਘ ਮਾਨ ਦਾ ਪੁੱਤਰ ਜਾਂਦਾ ਜਾਂ ਇਮਾਨ ਸਿੰਘ ਮਾਨ ਜਾਂਦਾ ਹੈ? ਨਹੀਂ, ਇਸ 'ਚ ਕੋਈ ਸ਼ੱਕ ਨਹੀਂ ਕਿ ਮੈਨੂੰ ਪ੍ਰਧਾਨ ਸਾਹਿਬ ਦਾ ਸਪੁੱਤਰ ਹੋਣ 'ਚ ਬਹੁਤ ਲੋਕ ਸਤਿਕਾਰ ਬਖਸ਼ਦੇ ਹੈ ਅਤੇ ਮਿਲਦੇ ਹੈ, ਅਤੇ ਉਸ 'ਚ ਇਹ ਗੱਲ ਮੈਂ ਜ਼ਰੂਰ ਕੋਸ਼ਿਸ਼ ਕਰਦਾ ਹਾਂ ਕਿ ਜੇ ਮੈਂ ਉਹਨਾਂ ਦਾ ਬਤੌਰ ਸਪੁੱਤਰ ਮਿਲਦਾ ਹੈ ਤਾਂ ਮੈਂ ਘੱਟੋ ਘੱਟ ਉਹਨਾਂ ਦੀ ਸੋਚ ਔਰ ਜੋ ਉਹਨਾਂ ਨੇ ਕਮਾਈ ਕੀਤੀ ਹੈ ਉਹਦੇ ਉੱਤੇ ਨੁਕਸਾਨ ਨਾ ਪਹੁੰਚਾਇਆ ਜਾਏ। ਅਤੇ ਮੇਰੀ ਆਸ ਹੈ ਕਿ ਸੰਗਤ ਮੇਰੇ ਆਪ ਦੇ ਕਾਰਨਾਮੇ ਅਤੇ ਆਪ ਦੇ ਕੰਮ 'ਤੇ ਆਪਣਾ ਮਤਦਾਨ ਬਖਸ਼ੇ। ਸੋ ਮੈਂ ਉਸ ਤੋਂ ਵਾਂਝਾ ਤਾਂ ਹੋ ਨਹੀਂ ਸਕਦਾ ਕਿ ਮੈਂ ਸਰ ਸਿਮਰਨਜੀਤ ਸਿੰਘ ਮਾਨ ਦਾ ਲੜਕਾ ਹਾਂ। ਇੱਕ ਵਿਅਕਤੀ ਜਿਹੜਾ ਕਿ ਹੁਣ ਤੁਹਾਡੇ ਨਾਲ ਜੁੜਿਆ, ਉਹਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਨੇ, ਦੀਪ ਸਿੱਧੂ ਨੂੰ ਲੈ ਕੇ। ਦੀਪ ਸਿੱਧੂ ਤੁਹਾਡੇ ਪ੍ਰਚਾਰ ਲਈ ਵੀ ਆਇਆ, ਦੀਪ ਸਿੱਧੂ ਨੂੰ ਲੈ ਕੇ ਬੜੇ ਸਵਾਲ ਉੱਠਦੇ ਨੇ ਕਿ ਜਿਹੜਾ ਇਹ ਵਿਅਕਤੀ ਹੈ ਜਿਹੜਾ ਉਹ ਕਿਤੇ ਨਾ ਕਿਤੇ ਸਹੀ ਦਿਸ਼ਾ ਨੂੰ ਨਹੀਂ ਵੱਲ ਵੱਧਦਾ ਪਿਆ ਹੈਗਾ। ਫਿਰ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਚੱਲਦੇ ਪਏ ਹੋ, ਅਤੇ ਲੱਗਦਾ ਹੈ ਕਿ ਉਸ ਨਾਲ ਜਿਹੜਾ ਆ ਕਿਤੇ ਨਾ ਕਿਤੇ ਲੋਕਾਂ 'ਚ ਫਿਰ ਵੀ ਜਿਹੜਾ ਵਿਰੋਧ ਪੈਦਾ ਹੋਊਗਾ, ਜਾਂ ਲੋਕ ਥੋੜ੍ਹਾ ਜਿਹਾ ਚੜੰਗੀ ਕਰਨਗੇ, ਜਾਂ ਫਿਰ ਸਰਕਾਰਾਂ ਜ਼ਿਆਦਾ ਉਲਟ ਹੋਣਗੀਆਂ, ਕਿਉਂਕਿ 26 ਜਨਵਰੀ ਵਾਲੀ ਘਟਨਾ ਪੂਰੀ ਤਰ੍ਹਾਂ ਦੀਪ ਸਿੱਧੂ ਨਾਲ ਜੋੜ ਕੇ ਚੱਕੀ ਜਾ ਰਹੀ ਹੈ। ਦੀਪ ਸਿੱਧੂ ਇੱਕ ਬਹੁਤ ਸਹੀ ਸੋਚ ਵਾਲਾ ਨੌਜਵਾਨ ਸਾਡਾ ਉੱਭਰਦਾ ਆਗੂ ਹੈ, ਜਿਸ ਨੇ ਸੈਂਟਰ ਦੀ ਜਿਹੜੀ ਘੱਟ ਗਿਣਤੀਆਂ ਦੇ ਉੱਤੇ ਵਾਰ ਹੈ ਅਤੇ ਸੋਚ ਨੂੰ ਦਬਾਉਣ ਦੀ ਗੱਲ ਉਹਨੇ ਚੱਕੀ ਹੋਈ ਆ, ਉਸ ਦੀ ਸਮਝ ਹੈ। ਮੈਂ ਹੈਰਾਨ ਹੈ ਕਿ ਇੱਕ ਇਹੋ ਜਿਹਾ ਨੌਜਵਾਨ ਜਿਹਨੂੰ ਹਰੇਕ ਪੱਖੋਂ ਆਰਾਮ ਮਿਲ ਸਕਦਾ ਹੈਗਾ, ਜਿਹੜਾ ਇਸ ਗੱਲਾਂ ਤੋਂ ਬਾਹਰ ਰਹਿ ਸਕਦਾ ਹੈਗਾ, ਉਹਨੇ ਸਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਦੀ ਪਕੜ ਕੀਤੀ ਹੈ, ਆਪਣੇ ਕੌਮ ਦੀ ਗੱਲ ਕੀਤੀ ਹੈਗੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਹ ਆਪਣੇ ਕੌਮ ਦਾ ਫਿਕਰਮੰਦ ਹੈ ਔਰ ਇਤਿਹਾਸ ਨਾਲ ਜੁੜਿਆ ਹੋਇਆ ਹੈਗਾ। ਜਿੱਥੇ ਤੱਕ ਮੇਰੀ ਨੌਲੇਜ ਹੈ, ਇਹ ਬਹੁਤ ਹੀ ਵਧੀਆ ਇਤਿਹਾਸਿਕ ਤੌਰ 'ਤੇ ਜਾਣੂ ਔਰ ਜੋ ਸਾਡੇ ਸਾਹਮਣੇ ਭਿਆਨਕ ਰੂਪ ਸਰਕਾਰ ਦਾ ਹੈ, ਉਹਨੂੰ ਸਿਆਣਨ ਵਾਲਾ ਇੱਕ ਬਹੁਤ ਚੰਗਾ ਲੀਡਰ ਸਾਨੂੰ ਮਿਲਿਆ। ਇਲੈਕਸ਼ਨ ਦਾ ਅਜੇ ਤੱਕ ਕਲੀਅਰ ਨਹੀਂ ਹੋ ਰਿਹਾ। ਮੰਨ ਲੈਂਦੇ ਹਾਂ ਕਿ ਹੰਗ ਅਸੈਂਬਲੀ ਬਣ ਕੇ ਆ ਜਾਂਦੀ ਹੈ, ਅਤੇ ਫਿਰ ਇੱਕ ਵਾਰ ਖਰੀਦੋ ਫਰੋਸ਼ ਹੋਊਗੀ, ਕਿਉਂਕਿ ਪਾਰਟੀ ਦਾ ਕਿਸੇ ਨੇ ਇੱਕ ਨੇ ਤਾਂ ਆਉਣਾ ਹੀ ਹੈਗਾ ਆ। ਜੇ ਉਹ ਖਰੀਦੋ ਫਰੋਸ਼ ਹੁੰਦੀ ਹੈ ਕਿ ਉਹ ਪੰਜਾਬ ਲਈ ਸਹੀ ਹੋਊਗਾ ਜਾਂ ਫਿਰ ਘਾਤਕ ਹੋਊਗਾ? ਖਰੀਦ ਨਾਲ ਮੈਨੂੰ ਦੱਸੋ, ਜਿਹੜਾ ਬੰਦਾ ਸਟੈਂਡ 'ਤੇ ਨਹੀਂ ਹੈਗਾ ਉਹਦਾ ਕੀ ਫਾਇਦਾ ਹੈਗਾ ਯਾਰ? ਜੇ
ਤੁਸੀਂ ਇੱਕ ਪੇਸ਼ਾ ਆਪਣੀ ਸੰਗਤ ਨੂੰ ਦਿਖਾਇਆ ਹੈ ਤੇ ਉੱਥੇ ਜਾ ਕੇ ਉਹਨੂੰ ਵੇਚ ਦੇਣਾ ਹੈ, ਇਹ ਤਾਂ ਮੇਰਾ ਖਿਆਲ ਮਾੜੀ ਹੋਈ ਗੱਲ ਹੈ। ਮੇਰਾ ਖਿਆਲ ਹਮੇਸ਼ਾ ਖਰੀਦੋ ਫਰੋਸ਼ ਵੀ ਨਹੀਂ ਹੁੰਦਾ ਹੈਗਾ। ਐਂ ਵੀ ਹੋ ਸਕਦਾ ਹੈ ਕਿ ਮੁੱਦਿਆਂ ਅਧੀਨ ਗੱਠਜੋੜ ਹੁੰਦੇ ਹੈਗੇ ਆ, ਪਰ ਮੈਂ ਇੰਨੀ ਮੁੱਦੇ ਦੀ ਠੀਕ ਆ, ਤੁਸੀਂ ਕਹਿੰਦੇ ਮੁੱਦੇ ਅਧੀਨ ਗੱਠਜੋੜ ਹੋ ਜਾਂਦੇ ਨੇ। ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਗੱਠਜੋੜ ਰਿਹਾ, ਕਿਹੜੇ ਮੁੱਦੇ ਅਧੀਨ ਸੀਗਾ? ਨਹੀਂ ਸੀਗਾ, ਸਿਧਾਂਤਾਂ ਦੇ ਪੱਖ 'ਚ ਵੀ ਨਹੀਂ ਸੀਗਾ। ਨਹੀਂ ਸੀਗਾ। ਉਹਦੇ ਵਿੱਚ ਇੱਕ ਪੋਲੀਟੀਕਲ ਕੈਲਕੂਲੇਸ਼ਨ ਸੀਗਾ, ਜਿਹਦੇ ਵਿੱਚ ਸ਼ਹਿਰੀ ਵੋਟ ਤੇ ਜਿਹੜੀ ਸਾਡੇ ਪਿੰਡਾਂ ਦੀ ਵੋਟ ਹੈ ਉਹ ਇਕੱਠੀ ਕਰਨ ਦਾ ਯਤਨ ਸੀ। ਤੇ ਉਹਦੇ ਵਿੱਚ ਜਿਹੜਾ ਮੇਨ ਮਕਸਦ ਸੀਗਾ ਉਹ ਆਪਣਾ ਪਰਿਵਾਰਿਕ ਰਾਜ ਸਥਾਪਿਤ ਕਰਨਾ, ਜਿਹਦੀ ਮੋਦੀ ਰੋਜ਼ ਨਫ਼ਰਤ ਕਰਦਾ ਤੇ ਉਹਨੂੰ ਮਾੜਾ ਕਹਿੰਦਾ ਹੈ, ਉਹ ਬੀਜੇਪੀ ਨੇ ਸਥਾਪਿਤ ਕਰਕੇ ਦਿੱਤਾ ਸੀਗਾ, ਜਿਹਦੇ ਵਿੱਚ ਬਾਦਲ ਪਰਿਵਾਰ ਨੂੰ ਹਾਵੀ ਕਰਤਾ ਸੀ। ਪਰ ਉਹਦੇ ਵਿੱਚ ਵੀ ਬੀਜੇਪੀ ਦੀ ਇਹ ਸੋਚ ਸੀ ਕਿ ਸਿੱਖਾਂ ਨੂੰ ਆਪਣੇ ਹੱਕ ਨਾਲ ਸਿਆਣਨ, ਉਹਨਾਂ ਨੂੰ ਲਾਲਚਾਂ 'ਚ, ਉਹਨਾਂ ਨੂੰ ਲਾਲ ਬੱਤੀ ਵਾਲੀਆਂ ਗੱਡੀਆਂ 'ਤੇ ਬਿਠਾ ਦਿਓ, ਉਹਨਾਂ ਨੂੰ ਮੋਹਰੀ ਬਣਾ ਦਿਓ ਤੇ ਟੌਰ ਦੇ ਦਿਓ, ਤੇ ਉਹ ਆਪਣੇ ਹੱਕਾਂ ਨੂੰ ਭੁੱਲ ਜਾਣ, ਆਪਣੇ ਪਾਣੀ ਭੁੱਲ ਜਾਣ, ਆਪਣੀ ਖੁਦ ਮੁਖਤਿਆਰੀ ਭੁੱਲ ਜਾਣ। ਸੋ ਇਹ ਕੈਲਕੂਲਸ ਮੇਰਾ ਖਿਆਲ ਚੱਲਦਾ ਰਿਹਾ। ਕਿਹੜੀ ਪਾਰਟੀ ਲੱਗ ਰਹੀ ਹੈ ਮਾਨ ਸਾਹਿਬ, ਹੁਣ ਕਿਹੜੀ ਪਾਰਟੀ ਲੱਗ ਰਹੀ ਹੈ ਜਿਹੜੀ ਕਿ ਖਤਰਨਾਕ ਸਿੱਧ ਹੋ ਸਕਦੀ ਹੈ ਪੰਜਾਬ ਦੇ ਲਈ ਜੇਕਰ ਉਹ ਪਾਵਰ 'ਚ ਆ ਜਾਵੇ? ਜਿਹੜਾ ਸਾਡਾ ਤਜਰਬਾ ਹੈਗਾ ਉਹਦੇ ਵਿੱਚ ਜਿਹੜੀਆਂ ਸੈਂਟਰਵਾਦੀ ਪਾਰਟੀਆਂ ਹੈ ਉਹ ਪੰਜਾਬ ਨੂੰ ਸਿਰਫ ਵਰਤਣਾ ਜਾਣਦੀਆਂ, ਪੰਜਾਬ ਦੇ ਹੱਕ ਲਈ ਖੜ੍ਹਦੀਆਂ ਨਹੀਂ। ਜੇ ਕੇਜਰੀਵਾਲ ਨੂੰ ਪੁੱਛੀਏ ਕਿ ਰਾਇਪੇਰੀਅਨ ਲਾਅ ਦੀ ਗੱਲ ਕਰ ਲਓ, ਕਹਿੰਦੇ ਇਹ ਤਾਂ ਮੁੱਦਾ ਹੀ ਨਹੀਂ ਹੈਗਾ, ਜਦ ਕਿ ਇਹ ਸਾਡਾ ਮੇਨ ਰਿਸੋਰਸ ਹੈਗਾ ਪੰਜਾਬ ਦਾ। ਸੋ ਮੇਰੇ ਹਿਸਾਬ ਨਾਲ ਚਾਹੇ ਕਾਂਗਰਸ ਲੈ ਲਓ, ਬੀਜੇਪੀ ਲੈ ਲਓ, ਤੇ ਜੋ ਅਕਾਲੀ ਦਲ ਨੇ ਪਿੱਛੇ ਸਾਨੂੰ ਕਰਕੇ ਦਿਖਾਇਆ ਉਹ ਇਤਿਹਾਸ ਲੈ ਲਓ, ਇਹ ਸਾਰੀਆਂ ਸੈਂਟਰਵਾਦੀਆਂ ਸੋਚ ਵਾਲੀਆਂ ਪਾਰਟੀਆਂ ਸਾਡੇ ਪੰਜਾਬ ਨੂੰ ਮਿਸਯੂਜ਼ ਕਰਦੀਆਂ, ਸਾਨੂੰ ਮਿਸਗਾਈਡ ਕਰਦੀਆਂ ਹੈਗੀਆਂ, ਸਾਨੂੰ ਆਪਣੀ ਸੋਚ ਤੋਂ ਵਾਂਝਾ ਕਰਕੇ ਹੋਰ ਸੋਚ ਦੇ ਨਾਲ ਜੋੜ ਕੇ ਸਾਨੂੰ ਜੈ ਜਵਾਨ ਜੈ ਕਿਸਾਨ ਕਹਿ ਕੇ ਕਦੀ ਬਾਰਡਰ 'ਤੇ ਮਰਵਾ ਦਿੰਦੀਆਂ, ਕਫਨ ਆ ਜਾਂਦੇ ਆ ਸਾਡੇ, ਕਦੀ ਜਾ ਕੇ ਦਿੱਲੀ ਬਾਰਡਰ 'ਤੇ ਸਾਡੇ 700 ਕਿਸਾਨਾਂ ਨੂੰ ਮਰਵਾ ਦਿੰਦੀਆਂ। ਆਈ ਥਿੰਕ ਪੰਜਾਬ ਨੂੰ ਆਪਣੀ ਸੋਚ ਅਧੀਨ ਪਾਰਟੀ ਚੁਣਨੀ ਚਾਹੀਦੀ। ਪਾਰਟੀਆਂ ਵੀ ਨੇ ਨਾ, ਪੰਜਾਬ ਦੀਆਂ ਪਾਰਟੀਆਂ ਨੇ, ਚਲੋ ਸੈਂਟਰ 'ਚ ਛੱਡ ਦਿੰਦੇ ਆਪਾਂ, ਪੰਜਾਬ ਦੀਆਂ ਆਪਣੀਆਂ ਪਾਰਟੀਆਂ ਨੇ, ਪੰਥਕ ਪਾਰਟੀਆਂ ਬਣੀਆਂ ਹੋਈਆਂ ਸਾਡੀਆਂ, ਕਈ ਆਪਣੀਆਂ ਆਪਣੇ 'ਚੋਂ ਨਿਕਲੀਆਂ ਪਾਰਟੀਆਂ ਨੇ, ਉਹ ਫਿਰ ਉਹ ਕੀ ਰੋਲ ਅਦਾ ਕਰ ਰਹੀ? ਜੇ ਤੁਸੀਂ ਅਕਾਲੀ ਦਲ ਨੂੰ, ਜਿਹਨੇ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਸੂਬਿਆਂ ਦੇ ਹੱਕ ਸੀ ਉਹ ਖੰਡਨ ਕਰਕੇ ਮੋਗੇ ਤੋਂ ਬੀਜੇਪੀ ਦੇ ਨਾਲ ਗੱਠਜੋੜ ਕਰਨ ਵਾਲਾ ਤੁਸੀਂ ਸਮਝਦੇ ਹੋ ਕਿ ਉਹ ਪੰਜਾਬ ਦੀ ਪਾਰਟੀ ਹੈ, ਫਿਰ ਹਰਸਿਮਰਤ ਬਾਦਲ ਨੇ ਜਾ ਕੇ ਸੈਂਟਰ 'ਚ ਦਸਤਖਤ ਕਿਉਂ ਕੀਤੇ ਕਾਨੂੰਨਾਂ 'ਤੇ? ਉਹ ਬਿਲਕੁਲ ਸੈਂਟਰ ਦੇ ਸੋਚ ਅਧੀਨ ਤੁਰਦੇ ਹੈਗੇ ਆ। ਮੈਂ ਉਹਨਾਂ ਨੂੰ ਸੈਂਟਰਵਾਦੀ ਪਾਰਟੀਆਂ 'ਚ ਮੰਨਦਾ ਹੈਗਾ। ਮੈਂ ਉਹਨਾਂ ਨੂੰ ਅੱਜ ਦੇ ਦਿਨ 'ਚ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸੰਭਾਲ ਸਕਦਾ, ਜਿਹੜਾ ਸਿਰਫ ਤੇ ਸਿਰਫ ਆਪਣੇ ਪਰਿਵਾਰ ਨੂੰ ਪਾਲਣਾ ਜਾਂਦਾ ਹੈਗਾ, ਉਹਨੂੰ ਮੈਂ ਇਹ ਖਿਤਾਬ ਨਹੀਂ ਦਊਂਗਾ ਕਿ ਪੰਜਾਬ ਦੀ ਪਾਰਟੀ ਆਪਾਂ ਕਹਿ ਦਈਏ। ਮੇਰਾ ਰਾਜਾ ਜਾਂ ਤੁਹਾਡਾ ਰਾਜਾ, ਕੋਈ ਰਾਜ ਦੇ ਵਿੱਚ ਕੋਈ ਵੱਡੀ ਵਾਰਦਾਤ ਵਾਪਰਦੀ ਆ, ਕੌਣ ਦੋਸ਼ੀ ਹੁੰਦਾ ਉਹਦੇ ਲਈ? ਜੇ ਆਪਾਂ 1984 ਦਿੱਲੀ ਦੇ ਵਿੱਚ ਵਾਪਰਿਆ ਤਾਂ ਆਪਾਂ ਉਹਦੇ ਲਈ ਇੰਦਰਾ ਗਾਂਧੀ ਨੂੰ ਦੋਸ਼ੀ ਕਰਦੇ ਹਾਂ। ਪੰਜਾਬ ਦੇ ਵਿੱਚ ਵਾਪਰਦੀ ਹੈ, ਜੇ ਕਿਸੇ ਵੀ ਰਾਜ ਦੇ ਵਿੱਚ ਕੋਈ ਘਟਨਾ ਵਾਪਰੇ, ਖਾਸ ਕਰਕੇ ਜਿਵੇਂ ਬੇਅਦਬੀਆਂ ਵਾਪਰੀਆਂ, ਫਿਰ ਕੌਣ ਦੋਸ਼ੀ ਉਹਦੀ? ਇਹ ਵੰਡ ਤੁਸੀਂ ਥੋੜ੍ਹੇ ਜਿਹਾ ਥੱਲੇ ਲੈਵਲ 'ਤੇ ਲਾਤੀ। ਇਹ ਜਿਹੜਾ ਕੰਮ ਕੀਤਾ ਸੀ ਸਟੇਟ ਆਫ ਇੰਡੀਆ ਨੇ ਕੀਤਾ ਸੀ, ਚਾਹੇ ਉਹਦਾ ਪ੍ਰਧਾਨ ਮੰਤਰੀ ਉਸ ਸਮੇਂ ਇੰਦਰਾ ਗਾਂਧੀ ਸੀ, ਰਾਜੀਵ ਗਾਂਧੀ ਵੱਲੋਂ ਸਾਡਾ 1984 'ਚ ਘੱਲੂਘਾਰਾ ਕੀਤਾ, ਇਹ ਸਾਰੇ ਜ਼ਿੰਮੇਵਾਰ ਸੀ ਦ ਯੂਨੀਅਨ ਆਫ ਇੰਡੀਆ। ਯੂਨੀਅਨ ਆਫ ਇੰਡੀਆ ਨਾ ਸਾਡੇ ਗੁਰਦੁਆਰਿਆਂ ਦੇ ਇਲੈਕਸ਼ਨ ਕਰਾਉਂਦਾ ਹੈਗਾ, 10-10 ਸਾਲ ਸਾਨੂੰ ਵਾਂਝਾ ਰੱਖਿਆ। ਯੂਨੀਅਨ ਆਫ ਇੰਡੀਆ ਨੇ ਡਿਸਟਰਬਡ ਏਰੀਆ ਐਕਟ ਲਾ ਕੇ ਉਰੇ ਸਾਡੀ ਧਾਰਾ 19 ਤੇ 21 ਜਿਹੜੀਆਂ ਆਜ਼ਾਦੀਆਂ ਤੇ ਮਨੁੱਖੀ ਅਧਿਕਾਰ ਹੈ ਉਹ ਖੋ ਕੇ ਲੈ ਜਾਂਦਾ ਹੈਗਾ, ਸਾਨੂੰ ਮਾਰਨ ਦਾ ਹੱਕ KPS ਗਿੱਲ ਵਰਗੇ ਨੂੰ ਫੜਾ ਦਿੰਦਾ ਹੈਗਾ। ਯੂਨੀਅਨ ਆਫ ਇੰਡੀਆ ਡਿਸਾਈਡ ਕਰਦਾ ਹੈਗਾ ਕਿ ਇੱਥੇ ਕੌਣ ਚੀਫ ਮਿਨਿਸਟਰ ਬਣੂਗਾ, ਕਦੀ ਇਲੈਕਸ਼ਨ ਡਿਲੇ ਕਰਤੇ, ਜਿਵੇਂ ਸਾਡੇ ਪਾਰਟੀ ਨੇ ਜਿੱਤਣਾ ਸੀ, ਨਰਸਿਮਹਾ ਰਾਓ ਨੇ ਇਲੈਕਸ਼ਨ ਰੱਦ ਕਰਤੇ ਹੈਗੇ। ਆਈ ਥਿੰਕ ਦ ਯੂਨੀਅਨ ਆਫ ਇੰਡੀਆ ਇਜ਼ ਰਿਸਪੋਂਸਿਬਲ ਫॉर ਅ ਜੈਨੋਸਾਈਡ। ਅੱਛਾ, ਇੱਕ
ਪੰਜਾਬ ਬਿਲਕੁਲ ਇੱਕ ਪੰਜਾਬ ਨੂੰ ਮੈਂ ਤਾਂ ਥੋੜਾ ਨਾਲ ਖਿੱਚ ਰਿਹਾ ਕੰਮ, ਮੈਨੂੰ ਪਤਾ ਤੁਸੀਂ ਬਿਜ਼ੀ ਹੋ, ਇਲੈਕਸ਼ਨ ਟਾਈਮ ਚੱਲ ਰਿਹਾ, ਕਿ ਇੱਕ ਪੰਜਾਬ ਦੇ ਵਿੱਚ ਹੁਣ ਇਹ ਬਦਨਾਮ ਕਰਨ ਦੀ ਲਾ ਲਓ ਕੋਸ਼ਿਸ਼, ਜਾਂ ਇੱਕ ਸਾਜ਼ਿਸ਼ ਸ਼ਾਇਦ ਕਹਿ ਲਓ, ਕਿ ਇਹ ਗੱਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਕਿ ਸੇਫ ਨਹੀਂ ਹੈਗਾ ਪੰਜਾਬ, ਲਗਾਤਾਰ ਇੱਥੇ ਦੂਸਰੇ ਜਿਹੜੇ ਜਾਤੀਆਂ ਨੇ ਉਹ ਸੇਫ ਨਹੀਂ ਹੈਗੀਆਂ, ਤੇ ਬਾਹਰੋਂ ਜਿਹੜਾ ਇੱਥੇ ਹਥਿਆਰ ਆਉਂਦਾ, ਸਮਗਲਿੰਗ ਆਉਂਦੀ, ਬਹੁਤ ਕੁਝ ਹੁੰਦਾ, ਜਿਸ ਤਰੀਕੇ ਨਾਲ ਗੱਲਾਂ ਜਿਹੜੀਆਂ ਚੱਲਦੀਆਂ ਪਈਆਂ ਨੇ। ਕੀ 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 ਮਨਸ਼ਾ ਹੈਗੀ ਹੈ ਕਿ ਪੰਜਾਬ ਨੂੰ ਇਸ ਤਰੀਕੇ ਨਾਲ ਲੈ ਕੇ ਜਾਇਆ ਰਿਹਾ? ਇੱਕ ਸਟੈਟਿਸਟਿਕਸ ਪ੍ਰੈਸ ਨੇ ਰਿਲੀਜ਼ ਕੀਤੀ ਸੀ ਕਿ ਪੰਜਾਬ 'ਚ ਹਾਈਐਸਟ ਗਨ ਓਨਰਸ਼ਿਪ ਹੈ। ਕਹਿਣ ਦਾ ਭਾਵ ਕਿ ਇੱਥੇ ਬੰਦੂਕਾਂ ਦਾ ਰਾਜ ਹੈ। ਪਰ ਦੂਜਾ ਜਿਹੜਾ ਸਟੈਟਿਸਟਿਕ ਨੈਸ਼ਨਲ ਬਿਊਰੋ ਆਫ ਕ੍ਰਾਈਮ ਹੈ, ਉਹਨੇ ਕੱਢਿਆ ਸੀ ਕਿ ਪੰਜਾਬ ਹੈਜ਼ ਦ ਲੋਐਸਟ ਰੇਟ ਆਫ ਕ੍ਰਾਈਮ, ਆਫ ਆਰਮਡ ਕ੍ਰਾਈਮ। ਠੀਕ ਹੈ ਨਾ ਜੀ। ਸੋ ਸਾਨੂੰ ਗੁਰੂ ਸਾਹਿਬ ਨੇ ਹਥਿਆਰ ਰੱਖਣੇ ਸਿਖਾਏ ਹੋਏ ਆ, ਸਾਡੇ ਸੱਭਿਆਚਾਰ 'ਚ ਹੈ। ਅਸੀਂ ਇਹਨਾਂ ਦੀ ਉਸ ਹੱਦ ਤੱਕ ਕਦਰ ਕਰਦੇ ਹੈਗੇ ਆ, ਇਹਨਾਂ ਦੀ ਦੁਰਵਰਤੋਂ ਨਹੀਂ ਕਰਦੇ ਕੰਪੇਅਰ ਟੂ ਯੂਪੀ ਐਂਡ ਦਿੱਲੀ, ਜਿਹਦੇ ਵਿੱਚ ਸਾਡੇ ਤੋਂ ਜ਼ਿਆਦਾ ਮਰਡਰ ਹੁੰਦੇ ਆ, ਸਾਡੇ ਤੋਂ ਜ਼ਿਆਦਾ ਕ੍ਰਾਈਮ ਹੁੰਦਾ ਹੈਗਾ। ਇਹ ਜਿਹੜੀ ਸਾਨੂੰ ਇੱਕ ਕ੍ਰਿਮੀਨਲ ਸਟੇਟ ਦਿਖਾਉਣ ਦਾ ਯਤਨ ਹੈ, ਇਹ ਬੜੇ ਲੰਬੇ ਸਮੇਂ ਤੋਂ ਸ਼ੁਰੂ ਹੋਇਆ ਪਟੇਲ ਦੇ ਟਾਈਮ ਤੋਂ। ਅਤੇ ਇਹ ਅਗੇਨ ਇਹ ਸੈਂਟਰ ਸਾਨੂੰ ਮਾੜਾ ਦਿਖਾ ਕੇ ਸਾਡੇ ਉੱਤੇ ਮਾੜੀ, ਜਿਵੇਂ ਉਹ ਪ੍ਰੀਤੀ ਪਟੇਲ ਹੈਗੀ ਆ, ਉਹਨੇ ਕਹਿਤਾ ਕਿ ਸਿੱਖ ਐਕਸਟ੍ਰੀਮਿਜ਼ਮ ਇਜ਼ ਅ ਵੈਰੀ ਬਿਗ ਇਸ਼ੂ। ਹੁਣ ਆਈ ਮੀਨ ਸੇ ਹੂ ਇਜ਼ ਸ਼ੀ, ਵਾਟ ਇਜ਼ ਸ਼ੀ ਟੂ, ਉਹਨੇ ਨਾ ਐਨਾਲਿਸਿਸ ਕੀਤਾ, ਨਾ ਦੇਖਿਆ, ਨਾ ਸਟੇਟ ਦਾ ਰੋਲ ਅਕਨੋਲੇਜ ਕਰਦੀ ਹੈਗੀ ਹੈ। ਸੋ ਦਿਸ ਕਾਈਂਡ ਆਫ ਜਿਹੜੀ ਡਿਸਕੋਰਸ ਹੈ, ਇਹ ਤਾਂ ਬਲੇਮ ਦ ਡੌਗ ਐਂਡ ਸ਼ੂਟ ਇਟ, ਮਤਲਬ ਗੰਦ ਤੁਸੀਂ ਪਾਤਾ, ਕੁੱਤੇ ਨਾਲ ਨਾਂ ਲੈ ਕੇ ਉਹਨੂੰ ਗੋਲੀ ਮਾਰਤੇ। ਸੋ ਇਹ ਇਹੋ ਜਿਹੇ ਕੰਮ ਕਰ ਰਹੇ ਆ ਫਿਰ ਤੋਂ। ਪਰ ਕੈਪਟਨ ਅਮਰਿੰਦਰ ਵੀ ਤਾਂ ਕਹਿ ਰਹੇ ਨੇ ਨਾ, ਕੈਪਟਨ ਅਮਰਿੰਦਰ ਵੀ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਬਿਲਕੁਲ ਜਿਹੜੀ ਬੀਜੇਪੀ ਇਸ ਸਮੇਂ ਉਹ ਸਹੀ ਕਹਿੰਦੀ ਪਈ ਆ। ਕੈਪਟਨ ਅਮਰਿੰਦਰ ਹੈਜ਼ ਓਨਲੀ ਵਨ ਏਜੰਡਾ, ਹਿਮਸੈਲਫ। ਉਹ ਪੰਜਾਬ ਪੱਖੀ ਨਹੀਂ ਹੈਗਾ। ਸੌਰੀ, ਗੁੱਸਾ ਨਾ ਕਰ ਜਿਓ ਕਿਤੇ ਕੋ ਵੀ ਮਸੜ ਨੇ ਤੁਹਾਡੇ ਕਿਤੇ ਮੈਂ ਕੁਝ ਕਹਿ ਦਵਾਂ। ਦੇਖੋ, ਮਾਸੜ ਦਾ ਰਿਸ਼ਤਾ ਮਾਸੀ ਰਾਹੀਂ ਹੁੰਦਾ ਹੈ, ਪਰ ਜੇ ਅਰੂਸਾ ਉਹਦੇ ਨਾਲ ਵਿਆਹੀ ਹੋਈ ਹੈ, ਫਿਰ ਉਹ ਮਾਸੜ ਹੈਗਾ ਅਬਦੁਲ ਸਲੀਮ ਸੁਮੀਨਾ ਦਾ, ਉਹ ਉੱਥੇ ਤੱਕ ਹੀ ਸੀਮਤ ਹੁੰਦਾ ਹੈ। ਪਰ ਜਿਹੜਾ ਤੁਸੀਂ ਦੇਖੋ, ਕੈਪਟਨ ਨੇ ਜਾ ਕੇ ਸ਼ਿਕਾਇਤਾਂ ਲਾਈਆਂ ਪੰਜਾਬ ਦੇ ਵਿੱਚ ਡਰੋਨ ਆਉਣ ਦੀਆਂ। ਹੁਣ ਇਹ ਸ਼ੈਡਿਊਲ 7 ਸੇਜ਼ ਲਾਅ ਐਂਡ ਆਰਡਰ ਇਜ਼ ਅ ਸਟੇਟ ਸਬਜੈਕਟ। ਠੀਕ ਹੈ ਨਾ ਜੀ। ਇੱਥੇ ਰਿਸੋਰਸਿਸ ਸੈਂਟਰ ਨੇ ਪੰਜਾਬ ਪੁਲਿਸ ਨੂੰ ਦੇਣੀ ਸੀ, ਸਾਨੂੰ ਜਿਹੜੇ IT ਪੀਪਲ, ਇਲੈਕਟ੍ਰੋਨਿਕਸ, ਕਾਊਂਟਰ ਦਿਸ ਥਿੰਗ, ਕੋਈ ਪਾਇਲਟ, ਕੋਈ ਹੋਰ ਸਾਨੂੰ ਸਾਧਨ ਸਟੇਟ ਨੂੰ ਦੇ ਕੇ ਇਹਦਾ ਕੰਟਰੋਲ ਕਰਨਾ ਸੀ। ਪਰ ਕੈਪਟਨ ਨੇ ਦਲ ਬਦਲਣਾ ਸੀ, ਉੱਥੇ ਜਾ ਕੇ ਮੋਦੀ ਰਾਹੀਂ ਇਹਨੇ ਜਾ ਕੇ 50 ਕਿਲੋਮੀਟਰ ਅੰਦਰ BSF ਨੂੰ ਹੱਕ ਪੰਜਾਬ ਪੁਲਿਸ ਦੇ ਦਿੱਤੇ। ਹੁਣ ਇਹਦੇ ਨਾਲ ਕੀ ਹੋਇਆ, ਇੱਕ ਤਾਂ ਸਾਡੀ ਇੰਪਲੋਇਮੈਂਟ ਖਤਮ ਹੋ ਗਈ, ਇੱਕ ਬਾਹਰਲੇ ਸਟੇਟ ਵਾਲੇ ਸਾਡੇ ਨਾਕੇ ਲਾਉਣਗੇ, ਘਰਾਂ 'ਤੇ ਰੇਡਾਂ ਪਾਉਣਗੇ, ਉਹਨਾਂ ਨੂੰ ਤਾਂ ਪੰਜਾਬੀ ਸੱਭਿਆਚਾਰ ਨਹੀਂ ਪਤਾ ਹੈਗਾ, ਉਹ ਪੰਜਾਬੀ ਨਹੀਂ ਬੋਲ ਸਕਦੇ ਹੈਗੇ, ਉਹ ਇੱਥੇ ਆ ਕੇ ਕਿਵੇਂ ਪੁਲਿਸਿੰਗ ਕਰਨਗੇ। ਇਹ ਤਾਂ ਇਟਸ ਅ ਰੈਸਿਪੀ ਫॉर ਓਪਰੇਸ਼ਨ। ਕਿ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਆਰਮੀ ਨੇ ਨਾਕਾ ਲਾਤਾ, ਸੈਂਟਰਲ ਫੋਰਸਿਸ ਨੇ ਨਾਕਾ ਲਾਤਾ। I think Captain Amarinder Singh has played a game on Punjab's interests and suited himself. ਉਹ ਸਿਰਫ ਇਹੀ ਕਰਦੇ ਆ, ਉਹ ਆਪਣਾ ਦੇਖਦੇ ਆ ਫਾਇਦਾ, ਹੋਰ ਨਹੀਂ ਉਹ ਸੋਚਦੇ। ਬਿਲਕੁਲ ਜਿਹੜਾ ਆਪਣਾ ਫਾਇਦਾ ਦੇਖਿਆ ਜਾਂਦਾ। ਬਿਲਕੁਲ ਇੱਕ ਆਖਰੀ ਸਵਾਲ, ਮੈਂ ਜਿਹੜਾ ਹਰ ਅਸੀਂ ਜਿੱਥੇ ਵੀ ਉਮੀਦਵਾਰ ਨੂੰ ਮਿਲਦੇ ਹੋ ਜ਼ਰੂਰ ਉਹਨੂੰ ਉਹ ਕਰਦੇ ਆ ਕਿ ਕਿਉਂ ਇਮਾਨ ਸਿੰਘ ਮਾਨ ਨੂੰ ਜਿਹੜੇ ਲੋਕ ਨੇ ਉਹ ਚੁਣਨ, ਕਿਉਂ ਵੋਟ ਕਰਨ, ਕੀ ਖਾਸ ਹੈ, ਕੀ ਵੱਖਰਾ ਹੈ ਲੋ ਬਾਕੀਆਂ ਨਾਲੋਂ? ਮੇਰੀ ਦਿਲੋਂ ਇੱਛਾ ਹੈ, ਜਿਹੜੀ ਧਰਤੀ 'ਤੇ ਅਸੀਂ ਵਸੇ ਹਾਂ, ਉੱਥੇ ਮੈਂ ਆਪਣਾ ਇਲਾਕਾ ਫੁੱਲਦਾ ਬਸਦਾ ਦੇਖਾਂ। ਅਸੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਰੱਖਦੇ, ਇਸ ਧਰਤੀ ਨਾਲ ਪਿਆਰ ਹੈ, ਇੱਥੇ ਦੇ ਲੋਕਾਂ ਨਾਲ ਪਿਆਰ ਹੈ। ਮੈਂ ਚਾਹੁੰਦਾ ਅਸੀਂ ਉਰੇ ਇੰਡਸਟਰੀ ਸਥਾਪਿਤ ਕੀਤੀ ਜਾਏ, ਮੈਟਲਰਜੀ ਸਾਨੂੰ ਚਾਹੀਦੀ ਹੈ, ਇਹਦੇ ਸਾਨੂੰ ਨਵੇਂ ਤਰੀਕੇ ਸਟੀਲ ਦੇ ਜਿਵੇਂ ਹਾਈ ਐਂਡ ਇਹਨਾਂ ਦੇ ਅਲੋਇਜ਼ ਹੈ, ਉਹਦਾ ਸਾਨੂੰ ਸਿੱਖਿਆ ਉਰੇ ਚਾਹੀਦੀ ਹੈ। ਡਿਫੈਂਸ ਨੂੰ ਮੈਗਨੀਸ਼ੀਅਮ ਅਤੇ ਅਲੂਮੀਨੀਅਮ ਅਲੋਇਜ਼ ਦੀ, ਬਹੁਤ ਲਾਈਟ ਵੇਟ ਅਲੋਇਜ਼ ਦੀ ਲੋੜ ਹੈ। ਗੋਬਿੰਦਗੜ੍ਹ ਮੰਡੀ ਹਰਗੋਬਿੰਦ ਪਾਤਸ਼ਾਹ ਨੇ ਵਸਾਈ ਹੈ, ਇੱਥੇ ਬਹੁਤ ਸਾਡਾ ਇੰਫਰਾਸਟਰਕਚਰ ਬਣਿਆ ਹੈ, ਇਹਦੇ ਵਿੱਚ ਅਸੀਂ ਵਾਧਾ ਕਰੀਏ। IT ਇੰਡਸਟਰੀ ਅਸੀਂ ਉਰੇ ਵਸਾਈਏ ਤਾਂ ਕਿ ਸਾਡੇ ਬੱਚੇ ਉਰੇ ਵਧੀਆ ਕਾਲਜਾਂ ਤੋਂ ਪੜ੍ਹ ਕੇ ਦਿੱਲੀ ਭੱਜੀ ਜਾਂਦੇ ਹੈਗੇ ਆ, ਉਹਨਾਂ ਨੂੰ ਇੱਥੇ ਕੰਮ ਦਈਏ ਅਤੇ ਉਹ ਮੋਹਾਲੀ ਤੋਂ ਇੱਥੇ ਲੈ ਕੇ ਆਈਏ। ਅਸੀਂ ਚਾਹੁੰਦੇ ਹੈਗੇ ਆ ਕਿ ਉਰੇ ਮੈਡੀਕਲ ਸਿਸਟਮਸ ਵਧੇ ਹੋਣ। ਅੱਜ ਦੇ ਦਿਨ ਸਾਡੇ ਹਰੇਕ ਮਰੀਜ਼ ਨੂੰ ਜਾਂ ਪਟਿਆਲੇ ਭੱਜਣਾ ਪੈਂਦਾ ਜਾਂ ਚੰਡੀਗੜ੍ਹ, ਅਤੇ ਅਸੀਂ ਚਾਹੁੰਦੇ ਹੈਗੇ ਆ ਕਿ ਉਰੇ
ਇੱਕ ਹੱਬ ਬਣੇ ਜਿਹੜਾ ਮਾਡਲ ਪੂਰੇ ਪੰਜਾਬ ਦਾ ਬਣੇ। ਸਾਡਾ ਜਿਹੜਾ ਇੱਧਰਲਾ ਚੁੰਨੀ ਵਾਲਾ ਹਲਕਾ ਹੈਗਾ ਉਹਦੇ 'ਚ 500 ਫੁੱਟ ਤੇ ਜਾ ਕੇ ਮੋਟਰ ਲੱਗਦੀ ਹੈ, 25 ਹਾਰਸ ਪਾਵਰ ਦੀ, 3 ਇੰਚ ਦੀ ਉਹਦੀ ਡਿਲੀਵਰੀ ਹੈ। ਅਸੀਂ ਚਾਹੁੰਦੇ ਹਾਂ ਕਿ ਉੱਥੇ ਦਸ਼ਮੇਸ਼ ਕੈਨਲ ਲੱਗੇ ਤਾਂ ਕਿ ਅਸੀਂ ਆਪਣਾ ਪੰਜਾਬ ਦਾ ਪਾਣੀ ਉਰੇ ਵਰਤ ਸਕੀਏ, ਸਾਡੇ ਆਪਣੇ ਰਾਈਪੇਰੀਅਨ ਹੱਕ ਅਸੀਂ ਵਰਤ ਸਕੀਏ। ਅਸੀਂ ਚਾਹੁੰਦੇ ਹਾਂ ਕਿ ਇਹ ਧਰਤੀ ਜਿਹੜੀ ਸਭ ਤੋਂ ਕੀਮਤੀ ਧਰਤੀ ਹੈ, ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ, ਜਿੱਥੇ ਬਾਬਾ ਮੋਤੀ ਰਾਮ ਮਹਿਰਾ ਨੇ ਸੇਵਾ ਕੀਤੀ ਹੈ, ਜਿੱਥੇ ਦੀਵਾਨ ਟੋਡਰਮਲ ਨੇ ਆਪਣੇ ਸਿੱਕੇ ਲਾ ਕੇ ਥਾਂ ਦਿੱਤੀ ਹੈ, ਜਿੱਥੇ ਹਰੇਕ ਨੇ ਸਾਂਝਾ ਕੰਮ ਕੀਤਾ ਹੈਗਾ, ਕਿ ਇੱਥੇ ਉਸ ਸ਼ਹਾਦਤ ਦਾ ਮੁੱਲ ਪਵੇ। ਤੇ ਇਹ ਜਿਹੜੀ ਇੰਟਰਕਨੈਕਟਿਡ ਸਭ ਤੋਂ ਵਧੀਆ ਕਨੈਕਸ਼ਨ ਫਤਿਹਗੜ੍ਹ ਸਾਹਿਬ ਦੀਆਂ ਅੰਬਾਲਾ, ਰਾਜਪੁਰਾ, ਚੰਡੀਗੜ੍ਹ, ਪਟਿਆਲਾ, ਲੁਧਿਆਣਾ ਸਾਰੇ ਇਕੁਈ ਡਿਸਟੈਂਸ ਹੈ। ਸਾਡਾ ਰੋਡ ਨੈਟਵਰਕ ਸੁਪਰਬ ਹੈ, ਸਾਡੇ ਰੇਲਵੇ ਨੈਟਵਰਕਸ ਬਹੁਤ ਵਧੀਆ ਹੈਗੇ ਹੈ। ਅਸੀਂ ਚਾਹੁੰਦੇ ਹਾਂ ਇੱਥੇ ਇੰਡਸਟਰੀ ਬਸੇ, ਉਰੇ ਸਰਵਿਸਿਜ਼ ਇੰਡਸਟਰੀ ਬਸਣ, ਉਰੇ ਨੌਕਰੀਆਂ ਹੋਣ, ਅਸੀਂ ਉਰੇ ਖੁਸ਼ਹਾਲ ਹੋਈਏ, ਸਾਡੇ ਬੱਚੇ ਉਸ ਸ਼ਹਾਦਤ ਨੂੰ ਯਾਦ ਰੱਖ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਆਜ਼ਾਦੀਆਂ ਨੂੰ ਇੰਜੋਏ ਕਰ ਸਕਣ ਤੇ ਇਹ ਇੱਕ ਚੰਗਾ ਖੁਸ਼ਹਾਲ ਇਲਾਕਾ ਬਣੇ। ਇਹ ਇਸ ਕਰਕੇ ਮੈਂ ਬੇਨਤੀ ਕਰਦਾ, ਜੇ ਮੇਰੇ ਨਾਲ ਆਪ ਜੀ ਜੁੜਦੇ ਹੋ ਤੇ ਆਪਾਂ ਇੱਧਰ ਨੂੰ ਕਦਮ ਜ਼ਰੂਰ ਵਧਾਵਾਂਗੇ। ਜੇ ਲੋੜ ਪੈਂਦੀ ਹੈ, ਮੰਨ ਲੈਂਦੇ ਤੁਸੀਂ ਜਿਹੜੀ ਸੀਟਾਂ ਕੁਛ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੈ ਆਉਂਦਾ ਹੈ, ਜੇ ਤੁਸੀਂ ਆਪਣੀ ਸੀਟ ਤੋਂ ਲੈ ਜਾਂਦੇ ਹੋ ਤੇ ਜ਼ਰੂਰਤ ਪਊਗੀ ਤਾਂ ਫਿਰ ਕਿਹੜੀ ਪਾਰਟੀ ਨੂੰ ਜੇ ਸਪੋਰਟ ਕਰਨੀ ਪਵੇ ਤਾਂ ਕਿਹਨੂੰ ਸਪੋਰਟ ਕਰੋਗੇ? ਕੀ ਲੱਗਦਾ ਕਿ ਕੋਈ ਐਸਾ ਹੈ ਜਾਂ ਫਿਰ ਨਹੀਂ ਸਪੋਰਟ ਕੀਤੀ ਜਾਊਗੀ ਆਪੇ? ਅਸ਼ਕ ਸਾਹਿਬ, ਤੁਸੀਂ ਐਂ ਕਿਉਂ ਕਹਿੰਦੇ ਆ ਕਿ ਕੁਝ ਸੀਟਾਂ ਆ ਜਾਣ? ਸਾਡੀਆਂ ਸਾਰੀਆਂ ਸੀਟਾਂ ਆਣੀਆਂ, ਸਾਨੂੰ ਦੱਸੋ ਹੋਰ ਕੌਣ ਸਪੋਰਟ ਕਰੂਗਾ? ਅਸੀਂ ਤਾਂ ਚੱਕ ਦੇਣੇ ਫੱਟੇ। ਹਾਂ, ਹੋਰਾਂ ਨੂੰ ਕਹੋ ਕਿ ਇਹਨਾਂ ਨਾਲ ਜੁੜੋ। ਅਸੀਂ ਨਹੀਂ ਮੰਨਦੇ ਹੈਗੇ ਕਿ ਅਸੀਂ ਕੋਈ 1-2 ਸੀਟਾਂ ਲੈਣੀਆਂ, ਅਸੀਂ 93 ਤੇ ਖੜੇ ਹਾਂ, 70 ਸੀਟਾਂ ਆਪ ਲੈ ਕੇ ਜਾਵਾਂਗੇ। ਬਿਲਕੁਲ ਜੀ, ਤੁਹਾਡਾ ਬਹੁਤ ਧੰਨਵਾਦ ਹੈ, ਬੈਸਟ ਆਫ ਲੱਕ ਇਨ ਫਿਊਚਰ ਲਈ। ਸੋ ਇਹ ਸਨ ਸਾਡੇ ਨਾਲ ਇਮਾਨ ਸਿੰਘ ਮਾਨ, ਜਿਹੜੇ ਕਿ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਜਿਹੜੇ ਪੁੱਤਰ ਨੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਤੌਰ ਤੇ ਜਿਹੜੀ ਆਪਣੀ ਕੰਪੇਨ ਕਰ ਰਹੇ ਆ, ਲੋਕਾਂ 'ਚ ਵਿਚਰ ਰਹੇ ਨੇ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਇੱਕ ਮਾਡਲ ਦੱਸਿਆ, ਕਿਉਂਕਿ ਲੋਕਾਂ ਨੂੰ ਵਸਾਉਣਾ ਚਾਹੁੰਦੇ ਨੇ, ਲੋਕਾਂ ਨੂੰ ਇੱਕ ਵਾਰ ਫੇਰ ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਣਾ ਚਾਹੁੰਦੇ ਨੇ, ਕਿਉਂਕਿ ਇਹ ਖੁਦ ਜਿਹੜੇ ਵਿਦੇਸ਼ ਛੱਡ ਕੇ ਇੱਥੇ ਇਸੇ ਕਰਕੇ ਆਏ ਨੇ ਤਾਂ ਕਿ ਲੋਕਾਂ 'ਚ ਵਿਚਰ ਸਕਣ, ਲੋਕਾਂ ਨੂੰ ਦੱਸ ਸਕਣ ਕਿ ਤੁਹਾਡੇ ਹੱਕ ਕੀ ਨੇ, ਕਿਸ ਤਰੀਕੇ ਨਾਲ ਤੁਸੀਂ ਲੜਨਾ ਆ। ਸੋ ਪੂਰੀ ਤਰ੍ਹਾਂ ਅਸੀਂ ਇਹਨਾਂ ਨਾਲ ਸਾਰੇ ਮੁੱਦੇ 'ਤੇ ਗੱਲਬਾਤ ਕੀਤੀ ਆ, ਕਈ ਮੁੱਦੇ ਗਰਮ ਵੀ ਸੀ, ਕਈ ਨਰਮ ਵੀ ਰਹੇ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਇਹ ਗੱਲਬਾਤ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।